ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਇਸ YouTube ਚੈਨਲ ਦੇ ਉੱਪਰ। ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਇੰਪੋਰਟੈਂਟ 1 ਮਾਰਕਰਸ ਦੇ ਰਿਲੇਟਿਡ ਕੇਸ ਸਟੱਡੀਜ਼ ਦੀ ਜਿਹੜੀ ਵੀਡੀਓ ਹੈਗੀ ਉਹ ਹੋਣ ਵਾਲੀ ਹੈ, ਤੇ ਇਸ ਨੂੰ ਚੰਗੇ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਦੇਖਣਾ ਕਿਉਂਕਿ ਅਪਰੋਕਸੀਮੇਟਲੀ ਆਪਾਂ ਨੂੰ ਪਤਾ ਕਿ 32 ਨੰਬਰ ਜਿਹੜੇ ਹੈਗੇ ਆਪਣੇ ਇੱਧਰੋਂ ਹੀ ਕਵਰ ਹੁੰਦੇ ਆ ਐਗਜ਼ਾਮ ਦੇ ਵਿੱਚ। ਠੀਕ ਹੈ, ਤਾਂ ਸ਼ੁਰੂ ਕਰਦੇ ਆਪਾਂ ਚੈਪਟਰ ਵਾਈਜ਼ ਆਪਣੇ 1 ਮਾਰਕਰਸ ਦੇਖਣੇ, ਫਿਰ ਲਾਸਟ ਦੇ ਵਿੱਚ ਕੇਸ ਸਟੱਡੀ ਸੋਲਵ ਕਰਾਂਗੇ। ਪਹਿਲਾ ਕੁਐਸਚਨ ਅਗਰ ਆਪਾਂ ਅੱਗੇ ਦੇਖੀਏ ਜਿਹੜਾ ਆਪਣੇ ਕੋਲ ਆਬਜੈਕਟਿਵ ਟਾਈਪ ਦੇ ਵਿੱਚ ਬਣ ਸਕਦਾ ਉਹ ਕੀ ਹੈਗਾ, ਫੁੱਲ ਫਾਰਮ ਆਫ ਕੰਪਿਊਟਰ ਦ ਕਾਮਨ ਆਪਰੇਟਿੰਗ ਮਸ਼ੀਨ ਪਰਪਸਲੀ ਯੂਜ਼ਡ ਫॉर ਟੈਕਨੋਲੋਜੀਕਲ ਐਂਡ ਐਜੂਕੇਸ਼ਨਲ ਰਿਸਰਚ। ਨੈਕਸਟ ਇਸ ਤੋਂ ਬਾਅਦ 5 ਪਿਲਰਸ ਆਪਾਂ ਨੇ ਕੰਪਿਊਟਰ ਸਿਸਟਮ ਦੇ ਦੱਸਣੇ ਹੈਗੇ ਜਿਸ 'ਚ ਆਪਣੇ ਹਾਰਡਵੇਅਰ ਸੌਫਟਵੇਅਰ ਡੇਟਾ ਪ੍ਰੋਸੀਜਰਸ ਐਂਡ ਪੀਪਲ ਇੰਕਲੂਡ ਹੋਣਗੇ। CPU ਦੀ ਫੁੱਲ ਫਾਰਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੋਗੀ। meaning of BIOS that is our basic input output system, and lastly quick advantage ਆਪਾਂ ਨੇ ਕੰਪਿਊਟਰ ਦੇ ਦੱਸਣੀ that is our high speed and accuracy। ਠੀਕ ਹੈ, ਨੈਕਸਟ ਇਸ ਤੋਂ ਬਾਅਦ fill in the blanks। ਕੀਬੋਰਡ ਆਪਣੇ ਆਪ 'ਚ ਕੀ ਹੈ, ਡੈਸ਼ ਡਿਵਾਈਸ ਦਾ ਆਨਸਰ ਕੀ ਹੈ, ਇਨਪੁਟ ਡਿਵਾਈਸ। ਫਾਦਰ ਆਫ ਕੰਪਿਊਟਰ ਆਪਾਂ ਨੇ ਨੋਟਸ ਦੇ ਵਿੱਚ ਕਵਰ ਅਪ ਕੀਤਾ ਸੀਗਾ, ਚਾਰਲਸ ਬੈਬੇਜ ਨੂੰ ਕਿਹਾ ਜਾਂਦਾ ਹੈ। HDD ਸਟੈਂਡਸ ਫॉर ਹਾਰਡ ਡਿਸਕ ਡਰਾਈਵ। ਵੈਬ ਕੈਮ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਤਰ੍ਹਾਂ ਦਾ ਮਲਟੀਮੀਡੀਆ ਡਿਵਾਈਸ ਹੁੰਦਾ ਹੈਗਾ, ਔਰ ਡੈਸ਼ ਇਸ ਮਲਟੀਮੀਡੀਆ ਸੌਫਟਵੇਅਰ ਦਾ ਆਨਸਰ ਕੀ ਆਪਣੇ ਕੋਲ ਫੋਟੋਸ਼ਾਪ। ਠੀਕ ਹੈ, ਨੈਕਸਟ ਇਸ ਤੋਂ ਬਾਅਦ ਟਰੂ ਫਾਲਸ ਦੀ ਸਟੇਟਮੈਂਟਸ ਹੈਗੀਆਂ। ਮੈਮਰੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਸਟੋਰੇਜ ਡਿਵਾਈਸ ਹੁੰਦਾ ਹੈਗਾ, ਤਾਂ ਆਨਸਰ ਕੀ ਹੈ ਟਰੂ। UPS ਦਾ ਮਤਲਬ ਅਨਇੰਟਰਪਟਡ ਪਾਵਰ ਸਪਲਾਈ। ਆਲਰੇਡੀ ਜਿਨ੍ਹਾਂ ਨੇ ਮੇਰੀ ਰਿਵੀਜ਼ਨ ਵੀਡੀਓ ਕਵਰ ਅਪ ਕਰ ਰੱਖੀ ਹੈਗੀ, ਫੁੱਲ ਰਿਵੀਜ਼ਨ ਦੇ ਜਿਹੜੇ 2 ਪਾਰਟਸ ਆਏ ਹੋਏ ਹੈ, ਤਾਂ ਉਹਨਾਂ ਦੇ ਵਿੱਚ ਇਹ ਸਾਰੇ ਕੁਐਸਚਨਸ ਕਵਰ ਅਪ ਸੀਗੇ। ਠੀਕ ਹੈ ਨਾ, ਤਾਂ ਅਗਰ ਰਿਵੀਜ਼ਨ ਵੀਡੀਓ ਫੁੱਲ ਰਿਵੀਜ਼ਨ ਤੁਹਾਨੂੰ ਦੇ ਰੱਖੀ ਹੈਗੀ ਹੈ ਤਾਂ 1 ਮਾਰਕਰ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਪਏਗੀ ਤੁਹਾਨੂੰ। CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਟਰੂ ਹੈ। ਹੈਡਫੋਨ ਤੇ ਵੈਬਕੈਮ ਦੋਨੋਂ ਹੀ ਮਲਟੀਮੀਡੀਆ ਡਿਵਾਈਸ ਹੈ, ਤਾਂ ਇਹ ਵੀ ਟਰੂ ਹੈ। ਮਲਟੀਮੀਡੀਆ ਕਿਹੜਾ ਫਿਲਮ ਇੰਡਸਟਰੀ 'ਚ ਯੂਜ਼ ਨਹੀਂ ਹੁੰਦਾ, ਸਭ ਤੋਂ ਜ਼ਿਆਦਾ ਤਾਂ ਮਲਟੀਮੀਡੀਆ ਉੱਥੇ ਯੂਜ਼ ਹੁੰਦਾ ਆਪਣਾ, ਤਾਂ ਸਟੇਟਮੈਂਟ ਕੀ ਹੈ ਫਾਲਸ। ਉਸ ਤੋਂ ਬਾਅਦ ਨੈਕਸਟ ਅਗਰ ਆਪਾਂ ਗੱਲ ਕਰੀਏ MCQ ਕੁਐਸਚਨਸ, ਇਹ ਵੀ ਮੈंने ਸਾਰਾ ਕਵਰ ਕੀਤਾ ਸੀਗਾ। ਫਸਟ ਜਨਰੇਸ਼ਨ, ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ ਵਿੱਚ ਕਿਸ ਚੀਜ਼ ਦਾ ਇਸਤੇਮਾਲ ਹੁੰਦਾ ਸੀਗਾ। ਠੀਕ ਹੈ ਨਾ, ਤਾਂ ਫਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਸੀਗੀਆਂ। ਫਿਰ ਉਸ ਤੋਂ ਬਾਅਦ ਥਰਡ ਜਨਰੇਸ਼ਨ ਕੰਪਿਊਟਰ ਜਿਹੜੀ ਹੈਗੀ ਆਪਣੇ ਕੋਲ ਕਿੰਨੇ ਤੋਂ ਕਿੰਨੇ ਸਾਲ ਦੇ ਵਿੱਚ ਚੱਲੀ ਸੀਗੀ, ਤਾਂ ਇਹਦਾ ਆਨਸਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਸ਼ਨ ਨੰਬਰ ਸੀ ਹੈ 1965 ਟੂ 1971। 40s ਦੇ ਟਾਈਮ ਪੀਰੀਅਡ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਸ਼ੁਰੂ ਕੀ ਹੋਈ ਸੀਗੀ ਫਸਟ ਜਨਰੇਸ਼ਨ, ਫਿਰ ਸੈਕੰਡ ਜਨਰੇਸ਼ਨ, ਫਿਰ ਥਰਡ ਜਨਰੇਸ਼ਨ। 1988 ਤੋਂ ਔਨਵਰਡਸ ਆਪਣੀ ਪ੍ਰੈਜ਼ੈਂਟ ਜਨਰੇਸ਼ਨ ਸੀਗੀ। ਉਸ ਤੋਂ ਬਾਅਦ ਮਲਟੀਮੀਡੀਆ ਕੰਪਰਾਈਜ਼ਸ ਆਫ, ਮਲਟੀਮੀਡੀਆ ਕਿੰਨੀ ਚੀਜ਼ਾਂ ਨਾਲ ਮਿਲਦਾ ਹੈਗਾ, ਆਡੀਓ ਜਾਂ ਵੀਡੀਓ ਜਾਂ ਫਿਰ ਦੋਨੋਂ ਹੀ, ਆਡੀਓ ਐਂਡ ਵੀਡੀਓ। ਠੀਕ ਹੈ, ਮਲਟੀਮੀਡੀਆ ਹੈਜ਼ ਫੀਚਰਸ ਲਾਈਕ ਟੈਕਸਟ, ਵੀਡੀਓ, ਸਾਊਂਡ, ਸਾਰਾ ਕੁਛ ਹੀ ਹੁੰਦਾ ਹੈਗਾ ਮਲਟੀਮੀਡੀਆ 'ਚ। ਡੈਸ਼ ਆਰ ਪ੍ਰਾਇਮਰੀਲੀ ਯੂਜ਼ ਟੂ ਇਲਸਟ੍ਰੇਟ ਔਰ ਡੈਮੋਨਸਟ੍ਰੇਟ ਐਨ ਆਈਡੀਆ ਔਰ ਅ ਕੰਸੈਪਟ। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈਗੀ ਆਪਾਂ ਨੂੰ ਹੈਲਪ ਕਰਦੀ ਹੈਗੀ ਹੈ ਆਈਡੀਆ ਔਰ ਕੰਸੈਪਟ ਨੂੰ ਡੈਮੋਨਸਟ੍ਰੇਟ ਕਰਨ 'ਚ, ਤਾਂ ਮਲਟੀਮੀਡੀਆ। ਠੀਕ ਹੈ, ਤੇ ਆਪਣੇ MCQs ਕੰਪਲੀਟ ਹੋ ਗਏ ਚੈਪਟਰ ਨੰਬਰ 1 ਦੇ। ਮੂਵਿੰਗ ਟੂ ਚੈਪਟਰ ਨੰਬਰ 2। ਇੰਟਰਨੈਟ ਕੀ ਹੁੰਦਾ ਹੈਗਾ, ਗਲੋਬਲ ਨੈਟਵਰਕ ਆਫ ਇੰਟਰਕਨੈਕਟਿਡ ਕੰਪਿਊਟਰਸ। ਠੀਕ ਹੈ, ਉਸ ਤੋਂ ਬਾਅਦ ਫੰਕਸ਼ਨਸ ਕੀ ਇੰਟਰਨੈਟ ਦੇ, ਕਮਿਊਨੀਕੇਸ਼ਨ ਕਰਨ 'ਚ ਹੈਲਪ ਕਰਦਾ ਹੈਗਾ। ਬਾਕੀ ਨੈਟ ਸਰਫਿੰਗ ਕਰਦੇ ਹੋ ਤੁਸੀਂ, ਸੋਸ਼ਲ ਵੈਬਸਾਈਟਸ ਦਾ ਇਸਤੇਮਾਲ ਕਰਦੇ ਹੋ। ਸਭ ਤੋਂ ਜ਼ਿਆਦਾ ਯੂਜ਼ ਕਿਸ ਚੀਜ਼ ਦਾ ਇੰਟਰਨੈਟ ਦਾ, ਇਨਫੋਰਮੇਸ਼ਨ ਅਸੈਸ ਕਰਨ ਦੇ ਲਈ। ਕੋਈ ਇੱਕ ਰਿਕੁਆਇਰਮੈਂਟ ਦੱਸੋ ਇੰਟਰਨੈਟ ਨੂੰ ਅਸੈਸ ਕਰਨ ਦੇ ਲਈ, ਤਾਂ ਇੰਟਰਨੈਟ ਕਨੈਕਸ਼ਨ ਹੋਣਾ ਜ਼ਰੂਰੀ ਹੈ। ਬਿਨਾਂ ਇੰਟਰਨੈਟ ਕਨੈਕਸ਼ਨ ਤੋਂ ਤੁਸੀਂ ਇੰਟਰਨੈਟ ਅਸੈਸ ਹੀ ਨਹੀਂ ਕਰ ਸਕਦੇ ਹੈਗੇ। ਇੱਕ ਕੀ ਕੰਪੋਨੈਂਟ ਇੰਟਰਨੈਟ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰਾਊਟਰ। ਬਾਕੀ ਤੁਸੀਂ ਉਹ ਵੀ ਲਿਖ ਸਕਦੇ ਹੋ ਆਪਣਾ ਮੋਡਮ ਵਗੈਰਾ। ਠੀਕ ਹੈ, ਫਿਲ ਇਨ ਦ ਬਲੈਂਕਸ। ਇੰਟਰਨੈਟ ਇਜ਼ ਅ ਗਲੋਬਲ ਨੈਟਵਰਕ ਆਫ ਕੰਪਿਊਟਰ ਨੈਟਵਰਕਸ। ਇੰਟਰਨੈਟ ਅਲਾਉ ਕਰਦਾ ਲੋਕਾਂ ਨੂੰ ਕਨੈਕਟ ਕਰ ਸਕਦੇ ਹੋ ਇੱਕ ਦੂਸਰੇ ਨਾਲ ਔਰ ਸ਼ੇਅਰ ਕਰ ਸਕਦੇ ਆਪਣੀ ਇਨਫੋਰਮੇਸ਼ਨਸ। ਇੰਟਰਨੈਟ ਵਰਕ ਕਰਦਾ ਕਿਸ ਸਿਸਟਮ ਦੇ ਉੱਪਰ, ਇੰਟਰਕਨੈਕਟਿਡ ਨੈਟਵਰਕਸ ਦੇ ਉੱਪਰ। ਡੇਟਾ ਟ੍ਰਾਂਸਮਿਟ ਹੁੰਦਾ ਥਰੂ ਦਾ ਪੈਕੇਟਸ ਅਰਾਊਂਡ ਅਕਰੋਸ ਦਾ ਨੈਟਵਰਕ। ਇੰਟਰਨੈਟ ਇਜ਼ ਯੂਜ਼ਡ ਫॉर ਕਮਿਊਨੀਕੇਸ਼ਨ। ਨੈਕਸਟ ਇਸ ਤੋਂ ਬਾਅਦ ਟਰੂ ਫਾਲਸ ਆਪਣੀ। ਇੰਟਰਨੈਟ ਇਜ਼ ਅ network that collects millions of private public academic business and government networks ਦਾ ਆਨਸਰ ਕੀ ਟਰੂ। WW ਸਟੈਂਡਸ ਕਰਦਾ ਵਰਲਡ ਵਾਈਡ ਵੈਬ ਦੇ ਲਈ, ਤਾਂ 1 ਮਾਰਕਰ ਦੀ ਫਿਲਅਪ ਫੁੱਲ ਫਾਰਮ ਤੁਹਾਡੇ ਵਾਸਤੇ ਹੋ ਜਾਏਗੀ। ਇਸ ਸੇਮ ਐਜ਼ ਦਾ ਇੰਟਰਨੈਟ, ਤਾਂ ਆਨਸਰ ਕੀ ਹੈ ਫਾਲਸ। WW ਇੱਕ ਅਲੱਗ ਚੀਜ਼ ਹੈਗੀ ਔਰ ਇੰਟਰਨੈਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਅਲੱਗ ਚੀਜ਼ ਹੈਗੀ ਹੈ। ਅਗਰ ਮੈंने ਇੰਟਰਨੈਟ ਨੂੰ ਅਸੈਸ ਕਰਨਾ ਹੈ ਯੂਜ਼ਰ ਡਜ਼ ਨੋਟ ਨੀਡ ਐਨ ISP, ਤਾਂ ਫਾਲਸ ਹੈ ਜੀ। ਇੰਟਰਨੈਟ ਦੇ ਕੰਪੋਨੈਂਟਸ ਅਗਰ ਦੇਖੋਗੇ ਤਾਂ ਉੱਥੇ ISP ਜਿਹੜਾ ਹੈਗਾ ਆਪਾਂ ਨੂੰ ਮਸਟ ਹੈ, ਚਾਹੀਦਾ ਹੀ ਚਾਹੀਦਾ ਹੈਗਾ ਆਪਣੇ ਕੋਲ। ਪ੍ਰਾਇਮਰੀ ਫੰਕਸ਼ਨ ਰਾਊਟਰ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਉਹ ਕੀ ਕਰਦਾ ਹੈਗਾ, ਕਨੈਕਟ ਕਰਦਾ ਡਿਫਰੈਂਟ ਨੈਟਵਰਕਸ ਨੂੰ ਐਂਡ ਡਾਇਰੈਕਟ ਡਾਟਾ ਪੈਕੇਟਸ ਬਿਟਵੀਨ ਦੈਮ, ਤਾਂ ਆਨਸਰ ਟਰੂ ਹੈ। IPv4 ਇਜ਼ ਦਾ ਓਨਲੀ ਵਰਜਨ ਆਫ ਇੰਟਰਨੈਟ ਪ੍ਰੋਟੋਕੋਲ, ਤਾਂ ਆਨਸਰ ਕੀ ਹੈ ਫਾਲਸ, ਕਿਉਂਕਿ ਆਪਣੇ ਕੋਲ IPv6 ਵੀ ਆਪਣੇ ਕੋਲ ਕੀ ਹੈ ਅਵੇਲੇਬਲ ਹੈਗਾ ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਇਸ ਤੋਂ ਬਾਅਦ MCQ ਕੁਐਸਚਨਸ ਆਪਣੇ। ਪਹਿਲਾਂ ਆਪਣੇ ਕੋਲ ਕੀ ਦਿੱਤਾ ਹੋਇਆ, ਇੰਟਰਨੈਟ ਕੀ ਹੁੰਦਾ ਆਪਣੇ ਕੋਲ, ਪ੍ਰਾਈਵੇਟ ਨੈਟਵਰਕ ਹੈਗਾ ਆਪਣੇ ਕੋਲ, ਗਲੋਬਲ ਨੈਟਵਰਕ ਕਵਰਿੰਗ, ਤਾਂ ਆਪਸ਼ਨ B ਇਹਦਾ ਸੈੱਟ ਹੋਏਗਾ ਆਨਸਰ। ਵਿਚ ਆਫ ਦ ਫੋਲੋਇੰਗ ਇਜ਼ ਅ ਫੰਡਾਮੈਂਟਲ ਕਰੈਕਟਰਿਸਟਿਕਸ ਆਫ ਦ ਇੰਟਰਨੈਟ। ਫੰਡਾਮੈਂਟਲ ਕਰੈਕਟਰਿਸਟਿਕਸ ਇੰਟਰਨੈਟ ਦਾ ਕੀ ਹੈ, ਸੈਂਟਰਲਾਈਜ਼ ਕੰਟਰੋਲ ਹੁੰਦਾ ਹੈਗਾ, ਗਲੋਬਲ ਰੀਚ ਰੱਖਦਾ ਹੈਗਾ ਆਪਣੇ ਕੋਲ, ਜਾਂ ਲਿਮਿਟਿਡ ਅਸੈਸਿਬਿਲਿਟੀ ਹੈ, ਜਾਂ ਮੈਨੂਅਲ ਆਪਰੇਸ਼ਨਸ ਹੈ, ਤਾਂ ਗਲੋਬਲ ਰੀਚ ਰੱਖਦਾ ਹੀ ਆਪਣੇ ਕੋਲ। ਪ੍ਰੋਟੋਕੋਲ ਪ੍ਰਾਇਮਰੀ ਰਿਸਪੌਂਸਿਬਲ ਫॉर ਟ੍ਰਾਂਸਫਰ ਵਿਚ ਇਜ਼ HTTP। IP ਐਡਰੈਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਹੁੰਦਾ ਹੈਗਾ, ਇੰਟਰਨੈਟ
ਪ੍ਰੋਟੋਕੋਲ ਜਿਹੜਾ ਹੈਗਾ ਐਡਰੈਸ ਇੱਕ ਤਰ੍ਹਾਂ ਦਾ ਆਪਾਂ ਗੱਲ ਕਰੀਏ ਤਾਂ ਕਿਸ ਚੀਜ਼ ਦੇ ਲਈ ਯੂਜ਼ ਹੁੰਦਾ ਹੈਗਾ, ਇੱਕ ਯੂਨੀਕ ਆਇਡੈਂਟੀਫਾਇਰ ਹੈ ਫॉर ਈਚ ਡਿਵਾਈਸ ਕਨੈਕਟਡ ਟੂ ਦਾ ਇੰਟਰਨੈਟ। ਨੈਕਸਟ ਇਸ ਤੋਂ ਬਾਅਦ ਵਿੱਚ ਉਹਦਾ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਾਮਨ ਯੂਜ਼ ਹੈਗਾ ਆਪਣੇ ਕੋਲ ਇੰਟਰਨੈਟ ਦਾ, ਮੇਲਸ ਵਾਸਤੇ, ਬਰਾਊਜ਼ਿੰਗ ਵੈਬਸਾਈਟ ਵਾਸਤੇ, ਆਨਲਾਈਨ ਸ਼ਾਪਿੰਗ ਵਾਸਤੇ, ਜਾਂ ਫਿਰ ਆਲ ਆਫ ਦਿਸ। ਤਾਂ ਆਨਸਰ ਕੀ ਹੈ ਆਲ ਆਫ ਦਿਸ। ਆਫਟਰ ਦੈਟ ਚੈਪਟਰ ਨੰਬਰ 3 ਆਪਣਾ ਕੰਸੈਪਟ ਆਫ ਆਈਟੀ। ਪਹਿਲਾਂ ਤਾਂ ਆਈਟੀ ਦਾ ਮੀਨਿੰਗ ਹੀ ਪੁੱਛ ਲਿੱਤਾ, ਕੰਪਿਊਟਰ ਦੇ ਟੈਲੀਕਮਿਊਨੀਕੇਸ਼ਨ ਦਾ ਆਪਾਂ ਇਸਤੇਮਾਲ ਕਰ ਰਹੇ ਹਾਂ ਸਟੋਰ ਕਰਨ ਵਾਸਤੇ, ਰਿਟਰੀਵ ਕਰਨ ਵਾਸਤੇ, ਜਾਂ ਫਿਰ ਡਾਟਾ ਟਰਾਂਸਮਿਸ਼ਨ ਦੇ ਲਈ। ਪ੍ਰਾਇਮਰੀ ਕੰਪੋਨੈਂਟਸ ਕਿਹੜੇ ਹੈਗੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਉਹੀ ਜਿਹੜੇ ਤੁਹਾਨੂੰ 5 ਪਿਲਰਸ ਪੜ੍ਹੇ ਸੀਗੇ ਸਾਰੇ ਸੇਮ ਹੀ ਹੋ ਜਾਏਗੇ ਇੱਕ ਤਰ੍ਹਾਂ ਦੇ। ਆਈਟੀ ਦਾ ਇਸਤੇਮਾਲ ਬੈਂਕਸ ਦੇ ਵਿੱਚ ਕਿਸ ਤਰੀਕੇ ਨਾਲ ਹੁੰਦਾ ਹੈ, ਆਨਲਾਈਨ ਬੈਂਕਿੰਗ, ਏਟੀਐਮਸ ਐਂਡ ਟ੍ਰਾਂਸਫਰਸ ਦੇ ਲਈ, ਐਜੂਕੇਸ਼ਨ ਸਿਸਟਮ ਦੇ ਅੰਦਰ ਈ ਲਰਨਿੰਗ ਜਾਂ ਫਿਰ ਸਮਾਰਟ ਕਲਾਸਿਸ ਜਾਂ ਆਨਲਾਈਨ ਐਗਜ਼ਾਮੀਨੇਸ਼ਨ ਦੇ ਲਈ। ਕੋਈ ਇੱਕ ਐਡਵਾਂਟੇਜ ਦੱਸਣਾ ਆਪਾਂ ਨੇ ਆਈਟੀ ਦਾ, ਜੋ ਕੰਪਿਊਟਰ ਦਾ ਐਡਵਾਂਟੇਜ ਸੀਗਾ, ਫਾਸਟ ਹੈਗਾ, ਐਕੂਰੇਟ ਹੈਗਾ, ਤਾਂ ਇਹ ਚੀਜ਼ ਆਪਾਂ ਨੂੰ ਹੋ ਆ ਜਾਏਗੀ। ਫਿਲ ਇਨ ਦ ਬਲੈਂਕਸ। ਆਈਟੀ ਸਟੈਂਡਸ ਫॉर ਇਨਫੋਰਮੇਸ਼ਨ ਟੈਕਨੋਲੋਜੀ, ਈਮੇਲ, ਇਲੈਕਟ੍ਰੋਨਿਕਲ ਮੇਲ ਨੂੰ ਕਿਹਾ ਜਾਂਦਾ ਹੈਗਾ। ਆਈਟੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰੈਵੋਲੂਸ਼ਨਾਈਜ਼ ਕਰ ਰਹੀ ਹੈ ਆਪਣੀ ਲਾਈਫਸ ਨੂੰ। ਟੈਲੀ ਕਾਨਫਰੈਂਸਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਐਪਲੀਕੇਸ਼ਨ ਹੈਗੀ ਕਿਸ ਚੀਜ਼ ਦੀ, ਆਈਟੀ ਦੀ। ਆਈਟੀ ਹੈਜ਼ ਪਲੇਡ ਐਸ਼ ਰੋਲ ਇਨ ਐਜੂਕੇਸ਼ਨ ਦਾ ਇੰਪੋਰਟੈਂਟ ਰੋਲ ਪਲੇ ਕਰ ਰਿਹਾ। ਆਈਟੀ ਦੇ ਐਡਵਾਂਟੇਜਸ ਜਿੱਥੇ ਹੈਗੇ ਉੱਥੇ ਦੀ ਕੁਝ ਲਿਮਿਟੇਸ਼ਨਸ ਵੀ ਆਪਣੇ ਕੋਲ ਹੈਗੀਆਂ। ਨੈਕਸਟ ਟਰੂ ਫਾਲਸ। ਆਈਸੀਟੀ ਸਟੈਂਡਸ ਫॉर ਕਸਟਮਰ ਦਾ ਨਹੀਂ ਹੈ, ਉਹ ਕਮਿਊਨੀਕੇਸ਼ਨ ਟੈਕਨੋਲੋਜੀ ਹੈ। MIS ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦਾ ਟਰੂ ਹੈ। ਈਮੇਲ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਯੂਜ਼ ਕੀਤੀ ਜਾਂਦੀ ਹੈਗੀ ਇੰਟਰਨੈਟ ਦੇ ਉੱਪਰ, ਇਜ਼ ਅ ਟੂਲ ਆਫ ਇਨਫੋਰਮੇਸ਼ਨ ਟੈਕਨੋਲੋਜੀ, ਟਰੂ ਹੈ ਜੀ। Information technology is the application of technology to solve business or organizational problems on a broad scale, true है। IT is also known as information communication technology, the true है। MCQs। IT स्टैंड करता है किस चीज़ ਨਾਲ, ਇਨਫੋਰਮੇਸ਼ਨ ਟੈਕਨੋਲੋਜੀ ਨਾਲ। ਮੇਜਰ ਐਡਵਾਂਟੇਜ ਅਗਰ ਆਪਾਂ ਲਗਾ ਕੇ ਦੇਖੀਏ ਤਾਂ IT ਦਾ ਆਪਣੇ ਕੋਲ ਕੀ ਹੈਗਾ, ਫਾਸਟ ਕਮਿਊਨੀਕੇਸ਼ਨ ਐਂਡ ਡਾਟਾ ਅਸੈਸਿਬਿਲਿਟੀ। ਵਿਚ ਆਰ ਦਾ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰੀਸੈਂਟ IT ਟ੍ਰੈਂਡਸ ਹੈਗੇ ਆਪਣੇ ਕੋਲ। ਗ੍ਰੀਨ ਕੰਪਿਊਟਿੰਗ ਹੋ ਗਿਆ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰੀਸੈਂਟ ਦੇ ਵਿੱਚ। ਆਈਟੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਯੂਜ਼ਫੁਲ ਹੈਗੀ ਹੈ ਸਕੂਲ ਦੇ ਸਾਰੇ ਵਿੱਚ ਹੀ ਹੈਗੀ, ਆਲ ਆਫ ਦੀਸ। ਐਂਡ ਲਾਸਟਲੀ ਈਮੇਲ ਦਾ ਮਤਲਬ ਕੀ ਹੈ, ਇਲੈਕਟ੍ਰੋਨਿਕ ਮੇਲ। ਮੂਵਿੰਗ ਟੂ ਚੈਪਟਰ ਨੰਬਰ 4। ਪਹਿਲਾ ਕੁਐਸਚਨ, ਵਟ ਡੂ ਯੂ ਮੀਨ ਬਾਈ ਰੀਸੈਂਟ ਟ੍ਰੈਂਡਸ ਇਨ ਆਈਟੀ। आईटी ਦੇ ਰੀਸੈਂਟ ਟ੍ਰੈਂਡਸ ਕੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਗਈ ਆਪਣੀ, ਕਲਾਊਡ ਕੰਪਿਊਟਿੰਗ ਹੋ ਗਈ, ਕੁਆਂਟਮ ਕੰਪਿਊਟਿੰਗ ਹੋ ਗਈ, ਗ੍ਰੀਨ ਕੰਪਿਊਟਿੰਗ ਹੋ ਗਈ ਐਂਡ ਰੋਬੋਟਿਕਸ। ਆਰਟੀਫਿਸ਼ੀਅਲ ਇੰਟੈਲੀਜੈਂਸ ਸਟੈਂਡ ਕਿਹਦੇ ਨਾਲ ਕਰਦਾ ਹੈਗਾ, ਸਿਮੂਲੇਸ਼ਨ ਆਫ ਹਿਊਮਨ ਇੰਟੈਲੀਜੈਂਸ, ਮਤਲਬ ਇੱਕ ਤਰ੍ਹਾਂ ਦੀ ਹੂਬਹੂ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹਿਊਮਨ ਇੰਟੈਲੀਜੈਂਸ ਦੀ ਰੈਪਲੀਕਾ, ਜਿਵੇਂ ਮਸ਼ੀਨਸ ਜਿਹੜੇ ਹੈਗੇ ਉਹ ਵੀ ਹਿਊਮਨ ਬੀਇੰਗਸ ਦੀ ਤਰ੍ਹਾਂ ਕੀ ਕਰ ਸਕਣ, ਸੋਚ ਸਕਣ। ਤਾਂ ਪਰਫਾਰਮ ਕੀਤੇ ਜਾਂਦੇ ਟਾਸਕ ਲਾਈਕ ਲਰਨਿੰਗ, ਰੀਜ਼ਨਿੰਗ ਐਂਡ ਡਿਸੀਜਨ ਮੇਕਿੰਗ। ਫਾਦਰ ਕੌਣ ਹੈਗਾ AI ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਜੌਨ ਮੈਕਾਰਥੀ। ਐਡਵਾਂਟੇਜਸ ਕੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਅਗੇਨ ਹਾਇਰ ਸਪੀਡ ਐਂਡ ਐਕਿਊਰੇਸੀ ਇਨ ਟਾਸਕ। ਡਿਸਐਡਵਾਂਟੇਜ ਕੀ ਹੈ ਇਹਦਾ, ਨੌਕਰੀਆਂ ਖਤਮ ਕਰ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ, ਕਿਉਂਕਿ ਸਾਰਾ ਕੰਮ ਆਟੋਮੇਸ਼ਨ ਦੇ ਬੇਸਿਸ ਤੇ ਹੋ ਰਹੇਗਾ। ਜੌਨ ਮੈਕਾਰਥੀ ਨੂੰ ਫਾਦਰ ਕਿਸ ਚੀਜ਼ ਦਾ ਕਿਹਾ ਗਿਆ ਸੀਗਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਠੀਕ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸ ਚੀਜ਼ ਨਾਲ ਕੰਸਰਨ ਕਰਦੀ ਹੈ ਕਿ ਹਿਊਮਨ ਬਿਹੇਵੀਅਰ ਜਿਹੜਾ ਹੈਗਾ ਉਹ ਆਪਾਂ ਕਿਹਦੇ ਅੰਦਰ ਇਨਸਰਟ ਕਰ ਰਹੇ ਹੈਗਾ, ਮਸ਼ੀਨਸ ਦੇ ਅੰਦਰ। JCR ਲਿਕਲਰਿਡਨ ਫਾਦਰ ਹੈਗਾ ਕਲਾਊਡ ਕੰਪਿਊਟਿੰਗ ਦਾ, ਤਾਂ ਇਹ ਵੀ 1 ਮਾਰਕ ਦੇ ਵਿੱਚ ਧਿਆਨ ਰੱਖਣਾ, MCQ ਦੇ ਵਿੱਚ ਵੀ ਕਿਹਾ ਜਾਂਦਾ ਹੂ ਇਜ਼ ਕੰਸੀਡਰਡ ਐਜ਼ ਫਾਦਰ ਆਫ ਕਲਾਊਡ ਕੰਪਾਊਂਡਿੰਗ। ਦਾ ਆਨਸਰ ਕੰਪਿਊਟਿੰਗ ਕੀ ਹੈ, JCR ਲਿਕਲਿਡਰ। ਕਲਾਊਡ ਇਨ ਕਲਾਊਡ ਕੰਪਾਊਂਡਿੰਗ ਕੰਪਿਊਟਿੰਗ ਰੈਫਰਸ ਟੂ ਐਜ਼ ਰਿਮੋਟ ਟੂ ਰਿਮੋਟ ਸਰਵਰਸ। ਇਹ ਮੈंने ਮੈਂਸ਼ਨ ਕੀਤਾ ਸੀਗਾ ਤੁਹਾਨੂੰ, ਕਲਾਊਡ ਕੰਪਿਊਟਿੰਗ ਦਾ ਜਦੋਂ ਮੈंने ਮੀਨਿੰਗ ਮੈਂਸ਼ਨ ਕੀਤਾ ਹੋਇਆ ਫੁੱਲ ਰਿਵੀਜ਼ਨ ਵੀਡੀਓ ਦੇ ਵਿੱਚ, ਤਾਂ ਕਲਾਊਡ ਦਾ ਮੀਨਿੰਗ ਵੀ ਦੱਸਿਆ ਹੋਇਆ, ਕੰਪਿਊਟਿੰਗ ਦਾ ਮੀਨਿੰਗ ਵੀ ਦੱਸਿਆ ਹੋਇਆ ਤੁਹਾਨੂੰ। ਡੇਵਿਡ ਲੀਜ਼ਰ ਡਿਸਚਰਚ ਇਜ਼ ਨੋਨ ਐਜ਼ ਫਾਦਰ ਆਫ ਕੁਆਂਟਮ ਕੰਪਿਊਟਿੰਗ। ਤੇ ਕੁਆਂਟਮ ਕੰਪਿਊਟਿੰਗ ਦੇ ਫਾਦਰ ਜਿਹੜੇ ਹੈਗੇ ਕੌਣ ਹੈ, ਡੇਵਿਡ ਐਲੀਸਰ ਡਚ। उससे बेटर ट्रू फॉल्स है। आर्टिफिशियल इंटैलीजेंस से कंप्यूटर क्लाउडिंग लगा के देखिए तो आईटी के रीसेंट ट्रेंड्स है, तो स्टेटमेंट ट्रू है जी। AI ਜਿਹੜਾ ਹੈਗਾ ਕੰਟਰੀਬਿਊਸ਼ਨ ਬਾय ਐਲਨ, ਗਲਤ ਹੈ ਕਿਉਂਕਿ ਆਪਾਂ ਨੇ ਹੁਣ ਦੇਖਿਆ ਸੀ ਜੌਨ ਮੈਕਾਰਥੀ ਹੈਗਾ। ਕਲਾਊਡ ਕੰਪਿਊਟਿੰਗ ਦੇ ਵਿੱਚ ਕਲਾਊਡ ਦਾ ਮਤਲਬ ਆਪਣੇ ਕੋਲ ਰਿਮੋਟ ਸਰਵਰਸ ਹਨ, ਤਾਂ ਟਰੂ ਹੈ। ਕਲਾਊਡ ਕੰਪਿਊਟਿੰਗ ਹੈਲਪ ਕਰਦੀ ਹੈ ਇਮੀਡੀਏਟ डिजास्टर रिकवरी ऑफ डेटा, तो ये भी ट्रू है। क्वांटम कंप्यूटिंग अगर ਆਪਾਂ ਲਗਾ ਕੇ ਦੇਖੀਏ ਤਾਂ ਕੰਪਿਊਟਰ ਕੰਪਲੈਕਸ ਪ੍ਰੋਬਲਮ ਸੋਲਵ ਕਰਦਾ ਹੈਗਾ ਫਾਸਟਰ ਸਪੀਡ ਦੇ ਉੱਪਰ ਕੰਪੇਅਰ ਟੂ ਸੁਪਰ ਕੰਪਿਊਟਰਸ ਦਾ ਆਨਸਰ ਇਹ ਟਰੂ ਹੈਗੀ ਹੈ। ਰੀਜ਼ਨ ਕੀ ਹੈ, ਕੁਆਂਟਮ ਕੰਪਿਊਟਿੰਗ ਦੇ ਅੰਦਰ ਆਪਾਂ ਕਰਦੇ ਸੀ ਕਿਊਬਿਟਸ ਦਾ ਇਸਤੇਮਾਲ ਕਰਦੇ ਸੀ, ਜਿਹੜਾ ਕਿ ਇੱਕ ਟਾਈਮ ਦੇ ਉੱਪਰ 0 ਐਂਡ 1 ਦੋਨੋਂ ਹੀ ਕਮਾਂਡਸ ਨੂੰ ਕੀ ਕਰਦਾ ਹੈਗਾ, ਟੇਕ ਓਵਰ ਕਰਦਾ। ਨੈਕਸਟ ਫਿਰ MCQs। AI ਅਗਰ ਆਪਾਂ ਲਗਾ ਕੇ ਦੇਖੀਏ ਤਾਂ ਮੇਨਲੀ ਕੰਸਰਨ ਕਿਸ ਚੀਜ਼ ਦੇ ਨਾਲ ਹੈਗਾ, ਹਿਊਮਨ ਇੰਟੈਲੀਜੈਂਸ ਨੂੰ ਮਸ਼ੀਨਸ ਦੇ ਅੰਦਰ ਇੰਸਰਟ ਕਰਨਾ ਜਾਂ ਫਿਰ ਇੰਟੈਲੀਜੈਂਟ ਬਿਹੇਵੀਅਰ ਇਨ ਮਸ਼ੀਨਸ। ਕਲਾਊਡ ਕੰਪਿਊਟਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪ੍ਰੋਵਾਈਡ ਕੀ ਕਰਦਾ ਹੈਗਾ, ਇੰਟਰਨੈਟ ਸਟੋਰੇਜ ਅਗਰ ਆਪਾਂ ਲਗਾ ਕੇ ਦੇਖੀਏ ਐਂਡ ਸਰਵਿਸਿਜ਼, ਜਾਂ ਫਿਰ ਰੇਨ ਪ੍ਰੋਡਿਕਸ਼ਨਸ, ਵੈਦਰ ਫੋਰਕਾਸਟ, ਲੋਕਲ ਡਾਟਾ ਓਨਲੀ। ਇਹ ਤਾਂ ਦੇਖੋ ਹਜੇ ਤੱਕ ਆਪਾਂ ਨੇ ਕੁਝ ਦੇਖਿਆ ਹੀ ਨਹੀਂ ਹੈਗਾ ਐਸਾ ਕੁਛ ਕਲਾਊਡ ਕੰਪਿਊਟਿੰਗ 'ਚ। ਤਾਂ ਮੇਨਲੀ ਕੰਮ ਕਿਸ ਚੀਜ਼ ਦਾ, ਇੰਟਰਨਲ ਸਟੋਰੇਜ ਐਂਡ ਸਰਵਿਸਿਜ਼ ਦੇ ਰਿਲੇਟਿਡ। ਕੁਆਂਟਮ ਕੰਪਿਊਟਿੰਗ ਕਿਊਬਿਟਸ ਦੇ ਉੱਪਰ ਬੇਸਡ ਆਪਣੇ ਕੋਲ,
रोबोटिक्स अगर ਆਪਾਂ ਲਗਾ ਕੇ ਦੇਖੀਏ ਤਾਂ यूज़ किया जाता है किस वास्ते एंटरटेनमेंट ओनली। इंडस्ट्रीयल ऑटोमेशन ज़्यादातर इंडस्ट्रीयल ऑटोमेशन वास्ते यूज़ हो रहेगा, ठीक है ना। और फस्ट ह्यूमैड मतलब ह्यूमन कंप्यूटर जिहड़ा कि आर्टिफिशियल इंटैलीजेंस रखता अपने अंदर, हो गई सोफिया। मूविंग टू नैक्सट चैप्टर नंबर 5 ई गवर्नेंस। तो जो आप ई गवर्नेंस का मतलब पढ़िया सीगा तो की देखिया सी अपने कि आप इंफॉर्मेशन एंड कम्युनिकेशन टैक्नोलॉजी का इस्तेमाल कर रहे हैं गवर्नमेंट ऑफिसिस के अंदर, ठीक है ना, ताकि सर्विसेज जी क्विकली सिटीजनस को प्रोवाइड किए जाए। तो अपने को ई गवर्नेंस का मीनिंग हो गया। एडवांटेज की है ट्रांसपेरेंसी आती सिस्टम के अंदर, लिमिटेशन की है डिजिटल डिवाइड, मतलब इंडिया वर्गी कंट्रीज अगर आप लगा के देखिए लोग ज़्यादा पढ़े लिखे नहीं है, जिस करके लैक ऑफ इंटरनेट फैसिलिटी होने करके कुछ सिटीजनस ही सिर्फ बेनीफिट ले पाते हैं। 2 टाइप्स की हैं अगर आप लगा के देखिए, G2C मॉडल तो G2B मॉडल। नैक्सट इस बाद अगर आप गल करिए तो 2 पिलर्स अपने को ई गवर्नेंस से पूछे हुए हैं। तो ई गवर्नेंस 2 पीपल कौन होंगे अपने को, पीपल एंड प्रोसेस। अदर 2 मतलब 4 के 4 अगर अपने 2 पूछ लेंगे तो टैक्नोलॉजी एंड रिसोर्सिस। नैक्सट इस बाद फिल इन द ब्लैंक्स। G2 स्टैंड्स करता है गवर्नमेंट एम्प्लॉइज के लिए। द एप्लीकेशन ऑफ डैश इन गवर्नमेंट प्रोसीजर इज कॉल्ड ई गवर्नेंस द ICT। टोटल ई गवर्नेंस के 4 पिलर्स अपने को है, ठीक है ना। थर्ड स्टेज अगर आप लगा के देखिए तो ई गवर्नेंस की वो कितना डील कर दिया ट्रांजेक्शन्स। ई गवर्नेंस सर्विसेज शुड बी डैश टू एनीबडी फ्रॉम एनीवेयर एट द टाइम द असेसिबल। उस तो बाद ट्रू एंड फॉल्स दिते हुए हैं। क्या ई गवर्नेंस द 3 पिलर्स है तो स्टेटमेंट फॉल्स है। 4 पिलर्स अपन देख लेते हैं। ई गवर्नेंस 4 टाइप्स का होंदा है, ट्रू है। वन ऑफ द एडवांटेज ऑफ ई गवर्नेंस इज एक्सपेंडेड रीच ऑफ गवर्नेंस, तो ट्रू है। ई गवर्नेंस नॉन सिटीजन सेंट्रिक है तो फॉल्स है। बनाई सिटीजन वास्ते की है। प्लेड इंपॉर्टेंट रोल इन प्रोवाइडिंग ईजी इंफॉर्मेशन एसेस टू द यूजर्स, ट्रू। 4 चीज़ें अपन देखने मिलेंगे बाय द गार्टनर मॉडल, तो ट्रू है। ई गवर्नेंस जो इंक्रीज करता है पेपर वर्क का, स्टेटमेंट फॉल्स है, क्योंकि अपन पेपर वर्क जो काफ़ी हद तक रिड्यूस किया विद द हेल्प ऑफ ई गवर्नेंस। ई गवर्नेंस का मीनिंग की है इलेक्ट्रॉनिकल मैनेजमेंट ऑफ गवर्नमेंट सर्विसेज या इलेक्शन गवर्नेंस या मैनुअल गवर्नेंस का ऑप्शन नंबर 1 है। विच ऑफ द फॉलोइंग इज द टाइप ऑफ ई गवर्नेंस। G2C है, G2E है, G2G है या फिर D, ऑल ऑफ दिस तो सारी ही हैं। गवर्नमेंट टू सिटीजन हो गया, गवर्नमेंट हो गया या फिर गवर्नमेंट टू एम्प्लॉइज। एडवांटेज अगर आप लगा के देखिए तो ई गवर्नेंस है कि अपने को ट्रांसपेरेंसी आ रही है, गवर्नमेंट सर्विसेज या डिले हो रही है, पेपर बेस्ड वर्क है या करप्शन इंक्रीज कर रही है, तो ट्रांसपेरेंसी है। लिमिटेशन की ई गवर्नेंस दी असेसिबिलिटी इशूज़ इन रूरल एरियाज, क्विक सर्विसेज, तो पहले ही पॉइंट है असेसिबिलिटी इशू इन रूरल एरियाज, क्योंकि उत्थे इंटरनेट कनैक्शन की प्रॉब्लम रहती है। साइबर लॉ डील किहदे नाल करदे हैं, ट्रैफिक रूल्स दे नाल। क्राइम्स ऑन द इंटरनेट, तो आंसर की क्राइम्स ऑन द इंटरनेट। सिविल लॉज तो बेसिकली नहीं कवर होंगे, ना ही एग्रीकल्चर रिलेटेड। नेक्स्ट साइबर सिक्योरिटी अगर आप लगा के देखिए तो की है प्रोटेक्शन करना अपन इंटरनेट कनैक्टेड सिस्टम्स ਨੂੰ फ्रॉम साइबर थ्रेट्स। साइबर क्राइम ਹੁੰਦਾ ਕੀ ਹੈ, इलीगल एक्टिविटीज़ ਜਿਹੜੀ ਕਿ ਕੰਡਕਟ ਕੀਤੀ ਜਾਂਦੀ ਹੈਗੀ ਥਰੂ ਦ ਹੈਲਪ ਆਫ ਇੰਟਰਨੈਟ ਔਰ ਨੈਟਵਰਕਸ। ਕੋਈ ਇੱਕ ਟਾਈਪ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸਾਈਬਰ ਕ੍ਰਾਈਮਸ ਦੀ ਫਿਸ਼ਿੰਗ, ਜਾਂ ਤੁਸੀਂ ਉਰੇ हैकिंग ਵਗੈਰਾ ਵੀ ਲਿਖ ਸਕਦੇ ਹੈਗੇ ਹੋ। ਉਸ ਤੋਂ ਬਾਅਦ DDoS ਦੀ ਫੁੱਲ ਫਾਰਮ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਡਿਸਟ੍ਰੀਬਿਊਟਿਡ ਡਿਨਾਈਲ ਆਫ ਸਰਵਿਸਿਜ਼। ਔਰ वन सोर्स अगर आप लगा के देखिए तो साइबर थ्रेट का की है हैकर्स। नैक्सट साइबर सिक्योरिटी अगर आप लगा के देखिए तो एक प्रैक्टिस है जी प्रोटेक्ट कर दी है सिस्टम्स ਨੂੰ, नैटवर्क्स ਨੂੰ, प्रोग्राम्स ਨੂੰ फ्रॉम द साइबर अटैक्स, ठीक है ना। किस तरह प्रोटेक्शन मिलती है साइबर अटैक्स तो। कॉमन टाइप अगर आप लगा के देखिए साइबर थ्रेट का की है अपने को रैंसमवेयर। साइबर लॉ अगर आप लगा के देखिए तो एनकम्पासिस लीगल इशूज़ रिलेटेड टू द यूज़ ऑफ कंप्यूटर एंड इंटरनेट। IT एक्ट 2000 ਦੇ ਵਿੱਚ ਪਾਸ ਹੋਇਆ ਹੋਇਆ ਆਪਣੇ ਕੋਲ। डैश इज अटैम्प्ट टू obtain sensitive information by designing a trustworthy entity in electric communication, आंसर ये फिशिंग, ठीक है। उस तो बाद साइबर सिक्योरिटी अगर आप लगा के देखिए तो प्रैक्टिस की जाती है ऑफ प्रोटेक्टिंग सिस्टम्स नेटवर्क एंड डेटा फ्रॉम द डिजिटल अटैक्स, आंसर की ट्रू। साइबर क्राइम क्रिमिनल एक्टिविटीज जी कंप्यूटर नेटवर्क के उपर हो रही है, ट्रू। फिशिंग साइबर अटैक का वो टाइप है जिसे तो थ्रू फेक ईमेल आईडीज के नाल पर्सनल इंफॉर्मेशन स्टील की जाती है, ट्रू। रैंसमवेयर एक सॉफ्टवेयर डिजाइन किया जाता है टू प्रोटेक्ट टू प्रिवेंट एक्सेस टू डेटा अंटिल अ रैंसम इज पेड, तो ट्रू। मैलवेयर स्टैंड्स करता है कि मलीशियस सॉफ्टवेयर के लिए ਜਿਹੜੇ कि हार्म कर देगी और एक्सप्लोइट कर देगी प्रोग्रामेबल डिवाइसेस अंदर स्टेटमेंट की है, ये ट्रू है। ये ऑलरेडी सारे ਜਿਹੜੇ मैंने चैप्टर ਦੇ कवर कर रखे साइबर सिक्योरिटी ਦੇ, ਤਾਂ ਤੁਹਾਨੂੰ ਇੰਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੁਸੀਂ ਉੱਤਰੋਂ ਅਗਰ ਇੱਕ ਵਾਰ ਗੋ ਥਰੂ ਕਰ ਰੱਖੇਗਾ ਤਾਂ ਆਪਾਂ ਨੂੰ ਇੰਨੀ ਜ਼ਿਆਦਾ ਸਿਰਦਰਦੀ ਜਿਹੜੀ ਇਸ ਚੀਜ਼ ਦੀ ਲੈਣ ਦੀ ਲੋੜ ਨਹੀਂ ਪਏਗੀ, ਠੀਕ। ਨੈਕਸਟ ਆ ਜੋ MCQs ਦੇ ਉੱਪਰ ਪ੍ਰਾਇਮਰੀ ਗੋਲ ਸਾਈਬਰ ਸਿक्योरिटी ਦਾ ਕੀ ਹੈਗਾ, ਇੰਟਰਨੈਟ ਸਪੀਡ ਨੂੰ ਵਧਾਉਣਾ, ਇੰਟਰਨੈਟ ਸਿਸਟਮ ਨੂੰ ਪ੍ਰੋਟੈਕਟ ਕਰਨਾ फ्रॉम द साइबर थ्रेट्स, यही है वैसे तो टू एनहांस सोशल नहीं।
बस यही बचेगा। विच टाइप ऑफ साइबर क्राइम इन्वॉल्व्स अनऑथराइज एक्सेस टू द डेटा, द स्पैमिंग मेल के थ्रू। अगर आप लगा के देखिए, एक मिनट, ਇਹ ਨਹੀਂ ਹੈਗਾ, ਇੱਕ ਮਿੰਟ। ਅਨਆਥੋਰਾਈਜ਼ ਐਕਸੈਸ ਜਿਹੜਾ ਹੈਗਾ ਉਹ ਹੈਕਿੰਗ ਦੇ ਕਾਰਨ ਹੁੰਦਾ ਹੈਗਾ। ਹੈਕਿੰਗ ਦੇ ਵਿੱਚ ਹੈਕਰ ਜਿਹੜੇ ਹੈਗੇ ਤੁਹਾਡੇ ਪਾਸਵਰਡਸ ਨੂੰ ਕਰੈਕ ਕਰਕੇ ਜਿਹੜਾ ਹੈਗਾ ਤੁਹਾਡੀ ਇਨਫੋਰਮੇਸ਼ਨ ਸਟੀਲ ਕਰਨ ਦੀ ਕੋਸ਼ਿਸ਼ ਕਰਦੇ ਆ। ਸਪੈਮਿੰਗ ਦੇ ਵਿੱਚ ਤਾਂ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਫੇਕ ਮੇਲਸ ਵਗੈਰਾ ਭੇਜੀ ਜਾਂਦੀ ਹੈ। ਵਟ ਡਸ ਫਿਸ਼ਿੰਗ ਟਿਪੀਕਲੀ ਇਨਵੋਲਵ? ਕ੍ਰੀਏਟਿੰਗ ਵਾਇਰਸਿਸ, ਸੈਂਡਿੰਗ ਫਰਾਡਲੈਂਟ ਈਮੇਲਸ ਟੂ ਆਬਟੇਨ ਸੈਂਸਿਟਿਵ ਇਨਫੋਰਮੇਸ਼ਨ। ਇਹ ਹੁਣੀ ਆਪਾਂ ਦੇਖ ਕੇ ਹਟੇ ਹਾਂ। ਕਿਹੜਾ ਲਾਅ ਜਿਹੜਾ ਹੈਗਾ ਰੈਗੂਲੇਟ ਹੁੰਦਾ ਹੈਗਾ ਸਾਈਬਰ ਸਿਕਿਉਰਿਟੀ ਦੇ ਲਈ ਇੰਡੀਆ ਦੇ ਵਿੱਚ? ਤਾਂ IT ਐਕਟ 2000। ਵਟ ਇਜ਼ ਦ ਪਰਪਸ ਆਫ ਡਿਜੀਟਲ ਲੌਕਰ ਇਨ ਇੰਡੀਆ? ਫਿਜ਼ੀਕਲ ਡਾਕੂਮੈਂਟਸ ਨੂੰ ਸਟੋਰ ਕਰਨਾ। Provided digital repository for the documents and certificates, create social media accounts ਜਾਂ ਫਿਰ enhance online shopping। ਤਾਂ ਫਿਜ਼ੀਕਲ ਡਾਕੂਮੈਂਟਸ ਦਾ ਸਟੋਰ ਕਰਦਾ ਨਹੀਂ, ਬੇਸਿਕਲੀ ਕਰਦਾ ਡਿਜੀਟਲ ਰਿਪੋਜ਼ਿਟਰੀ ਦੇ ਤੌਰ ਤੇ ਕੰਮ ਕਰਦਾ ਡਾਕੂਮੈਂਟਸ ਐਂਡ ਸਰਟੀਫਿਕੇਟਸ ਦੇ ਲਈ। ਨੈਕਸਟ ਇਸ ਤੋਂ ਬਾਅਦ ਚੈਪਟਰ ਨੰਬਰ 7 ਆਪਣਾ ਇੰਟਰੋਡਕਸ਼ਨ ਟੂ e-business, e-business in India। Who has given the term e-business? ਤਾਂ IBM ਨੇ ਦਿੱਤੀ ਸੀ 1997 ਦੇ ਵਿੱਚ। ਇੰਟਰਨੈਟ ਦਾ ਇਨਵੈਂਸ਼ਨ ਕਦੋਂ ਹੋਇਆ ਸੀਗਾ? 1969 ਔਨ ਦਾ ਨੇਮ ਆਫ ARPANET। ਇੰਟਰਨੈਟ ਨੂੰ ਇਨਵੈਂਟ ਕਿੰਨੇ ਕੀਤਾ ਹੈਗਾ? ਵਿੰਟਨ ਕਰਫ ਐਂਡ ਰੋਬਰਟ ਕਾਹਨ। ਰਾਈਟ ਇਨ ਵਨ ਐਲੀਮੈਂਟ ਆਫ e-business, ऑनलाइन मार्केटिंग, ऑनलाइन ट्रेडिंग वगैरह सारा कुछ अगर आप लगा के देखिए तो e-business ही कवर होता है। कोई एक गाइडलाइन दसनी अपन ने ताकि आप e-business ਨੂੰ ਸਿਕਿਉਰ ਕਰ ਸਕੀਏ। यूज़ ऑफ इनक्रिप्शन एंड सिक्योर पेमेंट गेटवेज। e-business ਕਿਸ ਨੂੰ ਆਪਾਂ ਇਲੈਕਟ੍ਰੋਨਿਕਲ ਬਿਜ਼ਨਸ ਨੂੰ e-commerce ਸਟੈਂਡ ਕਰਦਾ। ਇਲੈਕਟ੍ਰੋਨਿਕਲ ਕਮਰਸ ਵਾਸਤੇ e-commerce ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪਿਓਰ ਆਨਲਾਈਨ ਬਿਜ਼ਨਸ ਹੁੰਦਾ ਹੈਗਾ। e-business ਦੇ ਅੰਦਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਬ੍ਰਿਕ ਐਂਡ ਕਲਿੱਕ ਮੋਡ ਹੁੰਦਾ ਹੈਗਾ। G2B ਸਟੈਂਡ ਕਰਦਾ ਗਵਰਨਮੈਂਟ ਟੂ ਬਿਜ਼ਨਸ ਦੇ ਲਈ। ਨੈਕਸਟ ਆਪਣੇ ਟਰੂ ਫਾਲਸ ਹੈਗੀਆਂ, ਸਿੰਪਲ ਜਿਹੀ ਹੈਗੀ। ਇਲੈਕਟ੍ਰੋਨਿਕ ਵਾਲੇ ਤਾਂ ਸਾਰੇ ਸਿੰਪਲ ਹੀ ਰਹਿਣਗੇ, ਜ਼ਿਆਦਾ ਕੋਈ ਇਹਨਾਂ ਜ਼ਿਆਦਾ ਸਿਰਦਰਦੀ ਨਹੀਂ ਹੋਏਗੀ ਕਿਉਂਕਿ ਡਾਇਰੈਕਟ ਇਹਨਾਂ ਦੇ MCQs ਵਗੈਰਾ ਹੁੰਦੇ ਹੈਗੇ। IBM ਸਟੈਂਡ ਕਰੇਗਾ ਇੰਟੀਗ੍ਰੇਟਿਡ ਬਿਜ਼ਨਸ ਮਸ਼ੀਨਸ ਦੇ ਲਈ। ਤਾਂ ਬੇਸਿਕਲੀ ਫਾਲਸ ਹੈ ਕਿਉਂਕਿ और इंटीग्रेटेड नहीं वर्ड की है इंटरनेशनल बिजनेस मशीन्स। e-business अगर आप लगा के देखिए तो वाइडर स्कोप रख देगा एज कम्पेयर टू e-commerce। तो स्टेटमेंट ट्रू है। कॉमर्स अगर आप लगा के देखिए तो एक लिमिटेड बना चाहिए। e-business अपने आप वाइडर टर्म होती है। e-commerce इज वन ऑफ द फंक्शन ऑफ e-business। द ट्रू है। e-business इज प्योर प्ले फ्रॉम अ फॉर्म ऑफ बिजनेस। तो फॉल्स है। उस तो बाद e-commerce अगर आप लगा के देखिए तो ब्रिक एंड मोटर फ्रॉम बिजनेस नहीं, ब्रिक एंड मोटर बेस के उपर तो अपने को ट्रेडिशनल बिजनेस काम करते हैं। ब्रिक एंड क्लिक के मॉडल के उपर काम करता है अपना e-business। MCQs e-business का मतलब ये इलैक्ट्रॉनिक बिजनेस। बेसिक रिक्वायरमेंट्स e-business की है। इंटरनेट फीचर्स अगर आप लगा के देखिए तो e-business अपने को की है मिनिमाइज इन्वेस्टमेंट्स, यूजर फ्रेंडली है, ऑल ऑफ दीज ही आएगा एक तरह का। फोर्थ अगर आप लगा के देखिए तो फंक्शंस ऑफ e-business अगर आप गल करिए, e-प्रोक्योरमेंट है, e-पेमेंट मैनेजमेंट हैगी है, ईमेल मैनेजमेंट है, या ऑल ऑफ दीज एलिमेंट्स ऑफ e-business आर ऑनलाइन स्टोर से सारा कुछ ऑल ऑफ दीज चीज आएगा। नैक्सट डिजिटल करंसी एंड डिजिटल पेमेंट्स। डिजिटल करंसी का मीनिंग की है करंसी जी इलैक्ट्रॉनिकल फॉर्म के एग्जिस्ट करती है ऑनलाइन ट्रांजेक्शन के लिए। कोई एक एग्जाम्पल दसो, बिटकॉइन वगैरह हो गया, यूरोथ्रोपिया हो गया। डिजिटल वॉलेट्स एप्लीकेशन जिहदे थ्रू तुसीं कर सकते हो पेमेंट्स नूं ट्रांसफर कर सकते अपने वॉलेट सिस्टम और फिर वॉलेट्स की कर सकते यूज़ कर सकते हैं ऑनलाइन ट्रांजेक्शन के लिए। जिवें पेटीएम वॉलेट, एमेजॉन पे वॉलेट हो गए एक तरह के। QR की मीनिंग की है QR पेमेंट्स के अंदर क्विक रिस्पॉन्स। कि टेक्नोलॉजी का इस्तेमाल किया जाता है कॉन्टैक्टलैस पेमेंट्स के लिए? तो नियर फील्ड कम्युनिकेशन। नैक्सट थोड़े फिल इन द ब्लैंक्स। डैश इज अ मेथड ऑफ ट्रांसफरिंग मनी इलेक्ट्रॉनिकली। डिजिटल पेमेंट हो गया। डैश इज अ डिवाइस और एप्लीकेशन दैट स्टोर्स पेमेंट और इन्फॉर्मेशन अलाउज यूजर टू मेक ट्रांजेक्शन इलेक्ट्रॉनिकल। डिजिटल वॉलेट हो गया। ध्यान करना, और डिवाइस और एप्लीकेशन है और मेथड ऑफ ट्रांसफरिंग मोर मनी इलेक्ट्रॉनिकली है। द टेक्नोलॉजी यूज फॉर मेकिंग कॉन्टैक्टलेस पेमेंट्स होनी अपन NFC पढ़ा। नियर फील्ड कम्युनिकेशन। डैश पेमेंट्स आर मेड ट्रांजेक्शन यूजिंग मेड अ मोबाइल एप्लीकेशन। मोबाइल एप्लीकेशन थ्रू अगर पेमेंट्स हो रही है तो बेसिकली हो गया अपना मोबाइल पेमेंट्स। एंड डैश इज अ सिक्योर ऑनलाइन सर्विस दैट प्रोसेसेस पेमेंट मेड बाय क्रेडिट कार्ड्स और डेबिट कार्ड। द पेमेंट गेटवे। नेक्स्ट इज ट्रू फॉल्स है। डिजिटल करेंसी का मतलब इज द सेम एज क्रिप्टो करेंसी। द फॉल्स है क्योंकि क्रिप्टो करेंसी की टाइप हो सकती है बट वो अलग चीज़ है, ये अलग चीज़ है। बिटकॉइन एग्जाम्पल है डिजिटल करेंसी का, तो बिल्कुल ट्रू। डिजिटल पेमेंट्स कैन बी यूज मोबाइल वॉलेट्स लाइक। ट्रू है जी बिल्कुल। ब्लॉकचेन सिस्टम जो एक मिनट पढ़िया सीगा अपने नोट्स के अंदर ब्लॉकचेन सिस्टम की होंगे अपने को। ऑनलाइन
ਜਿਹੜੀ ਵੀ ਡਿਜੀਟਲ ਕਰੰਸੀਜ਼ ਹੋਣੀ ਹੈਗੀ ਤਾਂ ਉਹਦੇ 'ਚ ਬਲੌਕਚੇਨ ਸਿਸਟਮ ਯੂਜ਼ ਕੀਤਾ ਜਾਏਗਾ ਡਿਜੀਟਲ ਕਰੰਸੀ ਦੇ ਲਈ ਤਾਂ ਸਟੇਟਮੈਂਟ ਟਰੂ ਹੈ। डिजिटल करेंसीज आर ऑलवेज सेंट्रलाइज्ड आर कंट्रोल बाय, जरूरी नहीं है फॉल्स है। मैंने बोला सीगा कंट्रोल सेंट्रलाइज भी हो सकता है और डिसेंट्रलाइज भी हो सकता है, जिसने नोट चंगे तरीके ना देखे हुए हैं या फुल रिवीजन वीडियो पढ़ी हुई है। डिजिटल करेंसीज अगर आप लगा के देखिए तो उन्होंने नाम करते दिन इज ऑल्सो नोन एज क्रिप्टो करेंसीज, पेपर करेंसीज, चेक्स और नन ऑफ दिस। तो बेसिकली क्रिप्टो करेंसी का ऑप्शन है अपने को विच इज़ नॉट अ डिजिटल टाइप ऑफ अ डिजिटल करेंसी। पूरे चेक्स अगर आप लगा के देखिए तो डिजिटल करेंसी का पार्ट नहीं है। विच ऑफ दिस इज फॉलोइंग एन एडवांटेज ऑफ डिजिटल पेमेंट्स, फास्टर ट्रांजेक्शन दी कैश डिपेंडेंसी तो बिल्कुल भी नहीं हैगी, टाइम कंज्यूमिंग तो बिल्कुल भी नहीं है, और फिजिकल एक्सचेंज अगर आप लगा के देखिए तो नहीं होता है। एक मिनट, कैश डिपेंडेंसी घट रही है, फिजिकल एक्सचेंज ही बचेगा फिर अपने को लास्ट दिस ऑप्शन। एक मिनट, विच ऑफ दिस इज एन एडवांटेज, एक मिनट एडवांटेज या डिसएडवांटेज में सोच रहा था, एडवांटेज पूछेगा तो फास्टर ट्रांजेक्शंस। लिमिटेशंस अगर आप लगा के देखिए तो डिजिटल करेंसी की अपनी को की सिक्योरिटी रिस्क होगा, ईजी ट्रांसफर हो सकता है, ट्रांसपेरेंसी होगी या फिर एक्सेसिबिलिटी होगी। तो लिमिटेशन पूछी हो ध्यान रखियो, तो लिमिटेशन की सिक्योरिटी रिस्क। और यूपीआई अगर आप लगा के देखिए तो इंडिया स्टैंड कितना करता है यूनिफाइड पेमेंट सिस्टम इंटरफेस के लिए, ठीक है। मूविंग टू नेक्स्ट, ई बैंकिंग। ਸਿੰਪਲ ਮੀਨਿੰਗ ਈ ਬੈਂਕਿੰਗ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਬਿਜ਼ਨਸ ਬੈਂਕਿੰਗ ਟ੍ਰਾਂਜੈਕਸ਼ਨਸ ਨੂੰ ਇਲੈਕਟ੍ਰੋਨਿਕਲ ਫਾਰਮ ਦੇ ਵਿੱਚ ਜਦੋਂ ਆਪਾਂ ਕੰਡਕਟ ਕਰਦੇ ਤਾਂ ਉਸੇ ਨੂੰ ਆਪਾਂ ਨਾਮ ਕਿਹਦਾ ਦਿੰਦੇ ਆਪਣੀ ਈ ਬੈਂਕਿੰਗ ਦਾ। ਏਟੀਐਮ ਦੀ ਫੁੱਲ ਫਾਰਮ ਆਟੋਮੈਟਿਕ ਟੈਲਰ ਮਸ਼ੀਨ ਹੋ ਗਈ, ਕ੍ਰੈਡਿਟ ਕਾਰਡ ਕੀ ਹੋ ਗਏ, ਯੂਜ਼ਰ ਨੂੰ ਅਲਾਉ ਕਰ ਦੇਗੀ ਕਿ ਬਿਨਾਂ ਫੰਡਸ ਬੈਂਕ ਦੇ ਵਿੱਚ ਹੋਏ ਵੀ ਤੁਸੀਂ ਕਰ ਸਕਦੇ ਹੋ, ਗੁੱਡਸ ਐਂਡ ਸਰਵਿਸਿਜ਼ ਦੇ ਲਈ ਪੇਮੈਂਟ ਕਰ ਸਕਦੇ ਹੈਗੇ ਹੋ। ਸਮਾਰਟ ਕਾਰਡ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਇਨੇਬਲਡ ਮਾਈਕਰੋਚਿਪ ਹੈਗੀ ਜਿਹੜੀ ਕਿ ਫਾਈਨੈਂਸ਼ੀਅਲ ਤੇ ਪਰਸਨਲ ਡੇਟਾ ਨੂੰ ਥੋੜਾ ਸਟੋਰ ਕਰਦੀ ਹੈਗੀ ਹੈ। ਔਰ ਲਿਮਿਟੇਸ਼ਨਸ ਕੀ ਹੈਗੀਆਂ, ਰਿਸਕ ਹੋ ਸਕਦਾ ਹੈ ਜਾਂ ਫਿਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪਬਲਿਕ ਦਾ ਟਰਸਟਡ ਹੈਗਾ ਉਹ ਘੱਟ ਹੈਗਾ ਹਜੇ ਵੀ ਅਗਰ ਆਪਾਂ ਗੱਲ ਕਰੀਏ ਈ ਬੈਂਕਿੰਗ ਦੇ ਉੱਪਰ। ਉਸ ਤੋਂ ਬਾਅਦ ਬੈਂਕ ਇੰਟਰੋਡਿਊਸ ਇੰਟਰਨੈਟ ਬੈਂਕਿੰਗ ਫਸਟ ਟਾਈਮ ਇਨ ਇੰਡੀਆ, ਤਾਂ ICICI ਪ੍ਰਾਈਵੇਟ ਬੈਂਕਸ ਨੇ ਇੰਟਰੋਡਿਊਸ ਕੀਤਾ। ਪਰ ਸਾਰਿਆਂ ਨੂੰ ਪਤਾ ਹੀ ਹੈ ਪ੍ਰਾਈਵੇਟ ਬੈਂਕਸ ਜਿਹੜੇ ਹੈਗੇ ਉਹ ਇੰਟਰਨੈਟ ਬੈਂਕਿੰਗ ਨੂੰ ਫੈਸਿਲੀਟੇਟ ਕਰ ਰਹੇ ਇੰਡੀਆ ਦੇ ਅੰਦਰ। ਤਾਂ ਸਭ ਤੋਂ ਪਹਿਲਾਂ ਇੰਟਰੋਡਿਊਸ ਕਿਹਨੇ ਕੀਤਾ ਹੈਗਾ, ICICI ਨੇ। ਇੰਟਰਨੈਟ ਬੈਂਕਿੰਗ ਇਜ਼ ਅ ਟਾਈਪ ਆਫ ਈ ਬੈਂਕਿੰਗ ਸਰਵਿਸ ਵਿਚ ਅਲਾਓ ਯੂ ਟੂ ਡੂ ਸੈਵਰਲ फाइनेंशियल एंड नॉन फाइनेंशियल ट्रांजेक्शन थ्रू द इंटरनेट। पैसा कटवाना है, जमा कराना है, थोड़े अपने बैलेंस चेक करना है, तो फाइनेंशियल ट्रांजेक्शन चाहे नॉन फाइनेंशियल ट्रांजेक्शन हैगियां तो इंटरनेट बैंकिंग थ्रू कर सकते हो। SMS बैंकिंग जी है थोड़ा अलर्ट्स भेजती हैगी है। ई बैंकिंग अगर आप लगा के देखिए तो खर्चा घट दी है ट्रेडिशनल बैंकिंग नालों, और ई बिजनेस का ई बैंकिंग का स्कोप अगर आप लगा के देखिए तो काफ़ी वाइडर है। ट्रू फॉल्स, ई बैंकिंग स्टैंड्स फॉर इलैक्ट्रॉनिकल बैंकिंग ट्रू है, फुली सिक्योर है, फॉल्स है क्योंकि सिक्योरिटी इशूज थेफ्ट तो रही है। EFT अगर आप लगा के देखिए तो चांसेस ऑफ फ्रॉड मिनिमाइज कर दिंदा है, फंड ट्रांसफर होता है थोड़ा बैंकिंग गेटवे सर्वर्स। SBI अगर आप लगा के देखिए तो इनिशिएट कर रही है इंटरनेट बैंकिंग ਨੂੰ सब तो पहले स्टार्ट ही किया सीगा। ई बैंकिंग ऑफर कर रही है बेनिफिट कस्टमर्स ਨੂੰ ओनली, ध्यान रखना कस्टमर ओनली लिखा था, फॉल्स है, सिर्फ कस्टमर्स ਨੂੰ नहीं। अगर आप लगा के देखिए तो बैंक ਨੂੰ भी बहुत बड़ा एडवांटेज है अगर आप गल करिए। ई बैंकिंग अगर आप लगा के देखिए तो मतलब कि इंटरनेट बैंकिंग, मोबाइल बैंकिंग, ऑनलाइन फंड ट्रांसफर्स, तो ऑल ऑफ दीज ही आ जाएगा एक तरह का। विच इज़ नॉट एन ई बैंकिंग सर्विस, द फिजिकल चेक्स। ट्रेडिशनल बैंकिंग सिस्टम रिक्वायर फिजिकल प्रेजेंस, इंटरनेट एक्सेस, ATM यूज़ या फिजिकल एक्सेस ही आएगा। तो मेजर लिमिटेशन की ई बैंकिंग की अगर आप लगा के देखिए तो साइबर फ्रॉड्स। एंड ई बैंकिंग अगर आप लगा के देखिए तो एग्जांपल देनी है अपन इंडिया की SBI नेट बैंकिंग है, UPI है, मोबाइल ऐप्स, तो ऑल ऑफ दीज ही आ जाएगा। नेक्स्ट, मार्केटिंग, मतलब कि डिजिटल टेक्नोलॉजी का इस्तेमाल आप कर रहे हैं प्रमोट करने वास्ते ताकि आप प्रोडक्ट्स ਨੂੰ सेल कर सकिए ऑनलाइन। एडवांटेज की ग्लोबल कवरेज होंगी है। 5 P's होंगे वैसे ई मार्केटिंग इन्होंने 2 ही पूछे हम जो, ठीक है। लिमिटेशन की हैगी साइबर फ्रॉड्स वगैरह होंगे हैगी। अदर नेम ई मार्केटिंग का डिजिटल मार्केटिंग कह सकते हैं आप। ई मार्केटिंग अगर आप लगा के देखिए तो एक वे है प्रोडक्ट प्रमोशन करने का इन कॉस्ट इफेक्टिव मैनर, घट तो घट खर्चे के। ई मार्केटिंग अगर आप लगा के देखिए तो क्विक रिजल्ट दिखाती है आपको। बिजनेस कैन गेट डैश फीडबैक फ्रॉम द कस्टमर, डायरैक्ट फीडबैक मिल जाती है। ई मार्केटिंग ग्लोबल रीच वास्ते यूज़ होंगी है। डैश इज़ एन एग्जांपल ऑफ कंटेंट मार्केटिंग और की अपने को ब्लॉगिंग। उस तो बाद ई मार्केटिंग अगर आप लगा के देखिए तो इंपॉर्टेंट रोल प्ले करती है कस्टमर सैटिस्फैक्शन तो ट्रू है। सोशल मीडिया प्लेटफॉर्म्स अगर आप लगा के देखिए तो जरूरी नहीं है ई मार्केटिंग के लिए, तो फॉल्स है जी बिल्कुल। ई मार्केटिंग इज अ मार्केटिंग स्ट्रेटजी दैट प्रमोट्स प्रोडक्ट यूजिंग ट्रेडिशनल एडवर्टाइजिंग, तो स्टेटमेंट फॉल्स है। 4 P's नहीं है कि 5 P's होंगे ई मार्केटिंग के, ठीक है। ई मार्केटिंग लैस टाइम लेंदी है कि ट्रेडिशनल मार्केटिंग, तो स्टेटमेंट की है ट्रू है। नेक्स्ट फिर अपने MCQs। ऑन ई मार्केटिंग का मतलब की है ऑनलाइन सेल एंड परचेज ऑफ सिक्योरिटीज़,
या सेल एंड परचेज ऑफ गुड्स एंड सर्विस थ्रू, ये तो देखो ई ट्रेडिंग हो गई एक तरह का। मेन अपना की है सेल एंड परचेज करना अपना गुड्स एंड सर्विसेज ਨੂੰ थ्रू द इंटरनेट। ਵਿਚ ਆਫ ਦ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਨਾਟ ਅ ਪਾਰਟ ਆਫ ਪੀ। ਪ੍ਰੋਡਕਟ ਤਾਂ ਹੁੰਦਾ ਹੀ ਹੈ, ਪ੍ਰੋਡਿਊਸਰ ਵੀ ਹੁੰਦਾ ਹੈਗਾ, ਇੱਕ ਪ੍ਰੋਡਿਊਸਰ ਨਹੀਂ ਹੁੰਦਾ, ਸੌਰੀ प्रोडक्ट भी होंगे, प्लेस भी होंगे, प्राइस भी होंगे, तो प्रोड्यूसर नहीं है। ई मार्केटिंग अगर आप लगा के देखिए तो रिक्वायर किस चीज़ करता है, होलसेलर रिटेलर कॉस्टली आउटलैट्स या नन ऑफ दिस, तो सारी लोड़ नहीं है कि अपन ई मार्केटिंग कुछ भी लोड़ नहीं है इन्होंने चीज़ों की। विच ऑफ द फॉलोइंग इज नॉट इज ट्रू अबाउट ई मार्केटिंग। लोकल कवरेज होंगी है, नैशनल कवरेज होंगी है, ग्लोबल कवरेज होंगी है, तो ट्रू तो ग्लोबल कवरेज ही है। रिक्वायर्ड की है ई मार्केटिंग के लिए, इंटरनेट इनेबल्ड कंप्यूटर, टीवी तो चाहिए नहीं अपन, न्यूज़पेपर मैगजीन्स वगैरह चाहिए। नैक्सट ई रिटेलिंग, तो इलैक्ट्रॉनिकल फॉर्म प्लेटफॉर्म के थ्रू अगर तुम अपने गुड्स एंड सर्विसेज बेच रहे हो, स्पैशली जिमें अगर आप लगा देखिए ब्लिंकिट वगैरह हो गया, अपने को एमेजोन हो गया, फ्लिपकार्ट हो गया। ई रिटेलिंग प्लेटफॉर्म्स एमेजोन, मेजर प्लेयर ई रिटेल इंडस्ट्री का एमेजोन है। वाइज वट इज एसेंशियल फॉर सिक्योर ऑनलाइन पेमेंट ट्रांजेक्शन इन ई रिटेल, द पेमेंट गेटवेज, SEO, सर्च इंजन ऑप्टिमाइजेशंस। बाकी फिर थोड़े फिल इन द ब्लैंक्स हो गए। ई रिटेलिंग रेफर्स टू सेल एंड इंटरनेट के थ्रू हो रही है कि डैश कमर्स इन्वॉल्व कर रहेगा, मोबाइल डिवाइसिस द मोबाइल कमर्स। वन ऑफ द मेजर प्लेयर्स इन द ग्लोबल एमेजोन हो गया, सेम इसी का। अ करंट ट्रेंड इन द ई रिटेल इज इंक्रीज्ड, दैट इज आर पर्सनलाइजेशन थ्रू द AI। और एक सिग्निफिकेंट फैक्टर जोड़ा कि ग्रोथ वास्ते जरूरी है रिटेल जो कि है कन्वीनियंस। नेक्स्ट ट्रू एंड फॉल्स अपने को देते हैं, ई रिटेलिंग रेफर्स टू सेल ऑफ गुड्स एंड सर्विसेज एक्सक्लूसिवली थ्रू फिजिकल स्टोर्स, द स्टेटमेंट फॉल्स है। मोबाइल कमर्स अगर आप लगा के देखिए तो एक सब पार्ट है ई रिटेल बिजनेस का जोड़ा कि इन्वॉल्व कर रहेगा, मोबाइल डिवाइसिस का ट्रू है। एमेजोन मेजर प्लेयर है अगर आप लगा के देखिए तो कन्वीनियंस इज सिग्निफिकेंट फैक्टर, कन्वीनियंस तो हर एक जगह देखने मिलेगी अपन जो भी आप इलैक्ट्रॉनिकल सर्विसेज इस्तेमाल कर रहे हैं। कंज्यूमर्स आर लेस लाइकली रीड टू रिव्यूज एंड रेटिंग्स बिफोर मेकिंग ऑनलाइन परचेजेस, द फॉल्स। हर कोई कंज्यूमर जोड़ा चैक कर देगा फीडबैक्स भी, रिव्यूज़ भी, प्रोडक्ट के रिलेटेड जो भी अपने को हैगी है। तो ई रिटेलिंग का सिंपली अगर मतलब लगा के देखिए तो की है सेलिंग थ्रू ऑनलाइन प्लेटफॉर्म्स। मेजर चैलेंजेस अगर आप लगा के देखिए तो की जोड़े फेस करने पै रहे, तो ऑल ऑफ दीज ही इन्वेंटरी मैनेजमेंट हो गई, डिलीवरी लॉजिस्टिक्स हो गई, रिटर्न हैंडलिंग्स हो गई। ई मार्केटिंग का स्कोप अगर आप लगा के देखिए तो इंक्रीजेज रैपिडली विद इंटरनेट पेनिट्रेशन, ट्रू है। लिमिटेशंस की रिटेलिंग अगर आप लगा के देखिए डिपेंडेंस ऑन इंटरनेट हो रही है अपने को, साइबर रिस्क बढ़ रहे हैं, डिलीवरी डिलेज हो रही है, तो सारा कुछ अगर आप लगा के देखिए लिमिटेशंस है रिटेलिंग का। पॉपुलर ई रिटेलर्स इन इंडिया अगर आप लगा के देखिए तो अमेजोन, फ्लिपकार्ट, मिंत्रा सारी हैं ये। नेक्स्ट ECRM मीनिंग कस्टमर रिलेशंस अपन मेंटेन करने के थ्रू द हेल्प ऑफ इंटरनेट, ठीक है ना। जिन्हें अमेजोन, फ्लिपकार्ट वगैरह जो टोल फ्री नंबर देंगे, ईमेल IDs देंगे ताकि तुम अपनी क्वेरीज जी है वो सेंड कर सको। कोई प्रोडक्ट तुमने ऑर्डर किया अगर उधर रिलेटेड थोड़ा कोई प्रॉब्लम्स इशू करनी फेस करनी पै रही है कि तुम डायरैक्ट उन्होंने जी कंप्लेंट्स वो रजिस्टर कर सको। तो बेसिकली मेंटेनिंग गुड पर्सनल रिलेशंस विद द कस्टमर्स विद द हेल्प ऑफ इंटरनेट। फायदा की मिलता है, कस्टमर सैटिस्फैक्शन द लॉयल्टी इंक्रीज होती है। लिमिटेशन की है, इंप्लीमेंटेशन कॉस्ट या मेंटेनेंस कॉस्ट काफ़ी ज़्यादा हाई है क्योंकि कंपनीज में करने बंदेगी, कॉल सेंटर्स अलग तो मेंटेन करने बंदेगी। फीचर्स पर्सनलाइज कम्युनिकेशन विद द कस्टमर्स एंड मीनिंग फिर दोबारा तो पूछेगा CRM का, कस्टमर रिलेशन मैनेजमेंट का। वो ECRM सी और CRM पूछे एक तरह का, ठीक है ना, जी सेल ग्रोथ अपनी कर सकते इंक्रीज कर सकते, बस इलैक्ट्रॉनिकल वर्ड हटा दो, कस्टमर रिलेशन मैनेजमेंट के ऊपर थोड़ा मीनिंग लिखना है। ये थोड़े फिल इन द ब्लैंक्स है, एक बार गो थ्रू कर लेना। नेक्स्ट फिर थोड़ा ट्रू फॉल्स है, आफ्टर दैट MCQ क्वेश्चंस, ठीक है, आंसर्स नीचे अपलोड करते हुए ऑलरेडी। एंड लास्टली ई टूरिज्म अगर आप लगा के देखिए तो इलैक्ट्रॉनिकल मीन्स के थ्रू अगर आप कर रहे हैं ऑनलाइन टिकट बुकिंग्स वगैरह कर रहे हैं या फिर अपने जोड़े ट्रैवल्स है कि उन्होंने प्लान कर रहे हैं, होटल बुकिंग्स कर रहे हैं, तो सारा कुछ कि अंदर कवर होंगे ई टूरिज्म के अंदर। तो ये भी 1 मार्कर क्वेश्चंस फिल इन द ब्लैंक्स तो ट्रू फॉल्स जोड़े MCQs ये तुम एक बार कवर अप कर लेने। मूविंग टू नैक्सट ई ट्रेडिंग सिक्योरिटीज़, तो अपन बताइए इलैक्ट्रॉनिकल मीन्स जो आप कर रहे हैं सिक्योरिटीज़ सेल पर, ठीक है। इंडिया अगर आप लगा के देखिए तो डिपॉजिटर्स अपने को 2 हैं टोटल, नाम की NSDL तो CDSL फुल फॉर्म्स ध्यान रखियो। लीडिंग स्टॉक एक्सचेंज BSE तो NSE बॉम्बे स्टॉक एक्सचेंज तो नेशनल स्टॉक एक्सचेंज। ट्रेडिशनल ट्रेडिंग सिक्योरिटीज़ की रिक्वायर कर दी हैं, फिजिकल एक्सचेंज थ्रू ब्रोकर्स, पेपर वर्क्स वगैरह, फेस टू फेस ट्रांजेक्शंस।
ई ट्रेडिंग अगर ਆਪਾਂ ਲਗਾ ਕੇ ਦੇਖੀਏ ਤਾਂ ਸਰਵਿਸ ਪ੍ਰੋਵਾਈਡ ਕਰਦੀ ਆਪਾਂ ਨੂੰ ਇੰਟਰਨੈਟ ਦੇ ਉੱਪਰ ਤਾਂ ਕਿ ਆਪਾਂ ਸਿਕਿਉਰਿਟੀਜ਼ ਦੀ ਸੇਲ ਪਰਚੇਸ ਕਰ ਸਕੀਏ। BSC ਜਿਹੜਾ ਹੈਗਾ ਡਿਵੈਲਪ ਹੋਇਆ ਹੈਗਾ ਸਿਸਟਮ ਕਿਤੇ ਅੰਦਰ 1995 ਦੇ ਅੰਦਰ। DDoS ਦੀ ਫੁੱਲ ਫਾਰਮ ਪਹਿਲਾਂ ਵੀ ਦੇਖੀ ਸੀ ਆਪਾਂ ਡਿਸਟ੍ਰੀਬਿਊਟਿਡ ਡਿਨਾਇਲ ਸਰਵਿਸਿਜ਼। ਪਾਰਟਿਸਪੈਂਟਸ 2 ਹੈ, BSC ਤੇ NSE ਮੇਜਰ ਪਲੇਅਰਸ ਹੈਗੇ ਅਗਰ ਆਪਾਂ ਲਗਾ ਕੇ ਦੇਖੀਏ ਸਟਾਕ ਐਕਸਚੇਂਜਸ ਇੰਡੀਆ ਦੇ ਵਿੱਚ। ਬਾਕੀ ਆਪਣੇ ਟਰੂਵੋਲਸ MCQs ਇੱਕ ਵਾਰ ਦੇਖ ਲਿਓ, ਥੋੜ੍ਹਾ ਮੈਨੂੰ ਟਾਈਮ ਦਾ ਇਸ਼ੂ ਹੈਗਾ। ਨੈਕਸਟ ਇਸ ਤੋਂ ਬਾਅਦ ਕੇਸ ਸਟੱਡੀਜ਼ ਆ ਗਈਆਂ ਆਪਣੇ ਕੋਲ। ਰਵੀ ਕਹਿੰਦੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪ੍ਰੀਪੇਅਰ ਕਰ ਰਿਹਾ ਹੈਗਾ ਮਲਟੀਮੀਡੀਆ ਪ੍ਰੈਜੈਂਟੇਸ਼ਨਸ ਫॉर ਸਕੂਲ ਪ੍ਰੋਜੈਕਟ। He uses a computer to compile images, videos, and audio clips. He installs multimedia software and connects devices like speaker and a webcam. While working, he notices that computer slows down due to the slow down when handling large files. ਰਵੀ ਜਿਹੜਾ ਹੈਗਾ ਮਲਟੀਮੀਡੀਆ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦਾ ਸਕੂਲ ਪ੍ਰੋਜੈਕਟਸ ਦੇ ਲਈ ਜਿਹਦੇ ਲਈ ਉਹ ਕੰਪਿਊਟਰ ਦੇ ਵਿੱਚ ਇਮੇਜਸ ਨੂੰ, ਵੀਡੀਓਜ਼ ਨੂੰ, ਆਡੀਓਜ਼ ਨੂੰ ਕੀ ਕਰ ਰਿਹਾ ਹੈਗਾ, ਕੰਪਾਈਲ ਕਰ ਰਿਹਾ, ਇਕੱਠਾ ਕਰ ਰਿਹਾ ਹੈਗਾ। ਮਲਟੀਮੀਡੀਆ ਸੌਫਟਵੇਅਰਸ ਉਸਨੇ ਇੰਸਟਾਲ ਕੀਤੇ ਹੈਗੇ ਔਰ ਇਸ ਤੋਂ ਇਲਾਵਾ ਕੁਝ ਡਿਵਾਈਸਿਸ ਕਨੈਕਟ ਕੀਤੇ ਹੈਗੇ ਸਪੀਕਰ ਔਰ ਵੈਬਕੈਮ। ਪਰ ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਉਸਨੇ ਨੋਟਿਸ ਕੀ ਕੀਤਾ ਹੈਗਾ ਕਿ ਉਹਦਾ ਕੰਪਿਊਟਰ ਜਿਹੜਾ ਹੈਗਾ ਸਲੋ ਡਾਊਨ ਹੋ ਰਿਹਾ ਹੈਗਾ। ਹੀ ਵੰਡਰਸ ਅਬਾਊਟ ਦ ਲਿਮਿਟੇਸ਼ਨ ਆਫ ਹਿਸ ਸਿਸਟਮ ਐਂਡ ਫਿਊਚਰ ਆਫ ਕੰਪਿਊਟਿੰਗ ਟੈਕਨੋਲੋਜੀਜ਼ ਦੈਟ ਮਾਈਟ ਸੋਲਵ ਦੀਜ਼ ਇਸ਼ੂਜ਼। ਠੀਕ ਹੈ ਨਾ, ਮਤਲਬ ਉਸਨੂੰ ਆਪਣੇ ਕੰਪਿਊਟਰ ਦੀ ਲਿਮਿਟੇਸ਼ਨ ਜਿਹੜੀ ਹੈਗੀ ਉਹ ਅੰਡਰਸਟੈਂਡ ਹੋ ਰਹੀ ਹੈ ਕਿ ਉਹਦਾ ਕੰਪਿਊਟਰ ਜਿਹੜਾ ਹੈਗਾ ਉਹਨਾਂ ਨਾਲ ਜਿਹੜਾ ਹੈਗਾ ਸਹੀ ਤਰੀਕੇ ਨਾਲ ਫੰਕਸ਼ਨ ਹੀ ਨਹੀਂ ਕਰ ਪਾ ਰਿਹਾ ਹੈਗਾ ਔਰ ਉਸਨੂੰ ਉਮੀਦ ਹੈਗਾ ਕਿ ਫਿਊਚਰ ਦੇ ਵਿੱਚ ਜਿਹੜੀ ਕੰਪਿਊਟਿੰਗ ਟੈਕਨੋਲੋਜੀਜ਼ ਹੈਗੀਆਂ ਉਹਦੇ ਇਹ ਪ੍ਰੋਬਲਮ ਜਿਹੜੀ ਹੈਗੀ ਸੋਲਵ ਕਰ ਦੇਣਗੀਆਂ। ਠੀਕ ਹੈ, ਤਾਂ ਉਰੇ ਕਿਹੜੀ ਐਸੀ ਚੀਜ਼ ਹੈਗੀ ਜਿਹੜੀ ਕਿ ਜਿਹੜੀ ਕਿ ਤਾਂ ਇਸਦਾ ਬੇਸਿਕਲੀ ਅਗਰ ਆਪਾਂ ਆਨਸਰ ਲਗਾ ਕੇ ਦੇਖੀਏ ਤਾਂ ਰੈਮ ਹੋਏਗਾ। ਆਪਾਂ ਨੂੰ ਪਤਾ ਹੀ ਹੈ ਫੋਨਸ ਦੇ ਅੰਦਰ ਵੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਅਗਰ ਆਪਣਾ ਫੋਨ ਸਲੋ ਡਾਊਨ ਹੋਣ ਲੱਗ ਜਾਂਦਾ ਤਾਂ ਬੇਸਿਕਲੀ ਰੈਮ ਦਾ ਇਸ਼ੂ ਹੁੰਦਾ ਹੈਗਾ। ਤਾਂ ਇਸ ਕਰਕੇ ਕੰਪੈਟੇਬਿਲਿਟੀ ਜਿਹੜੀ ਹੈਗੀ ਆ ਹਾਇਰ ਰੈਮ ਦੀ ਆਪਾਂ ਉਹ ਕਰਦੇ ਹੈਗੇ ਆ, ਪ੍ਰੈਫਰ ਕਰਦੇ ਹੈਗੇ ਆ। ਜਦੋਂ ਵੀ ਸਮਾਰਟਫੋਨਸ ਖਰੀਦਦੇ ਨੇ ਜਾਂ ਆਪਣੇ ਕੰਪਿਊਟਰ ਡਿਵਾਈਸਿਸ ਖਰੀਦੇ ਜਾਂਦੇ ਨੇ ਤਾਂ ਆਪਾਂ ਡਿਮਾਂਡ ਕਿਸ ਚੀਜ਼ ਦੀ ਕਰਦੇ ਕਿ ਯਾਰ ਰੈਮ ਜ਼ਿਆਦਾ ਦੇਈਏ। ਠੀਕ ਹੈ ਨਾ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਮਲਟੀਮੀਡੀਆ ਡਿਵਾਈਸ। ਤਾਂ ਮਾਈਕਰੋਫੋਨਸ ਮਲਟੀਮੀਡੀਆ ਹੈਗੇ ਆ, ਵੈਬਕੈਮ ਮਲਟੀਮੀਡੀਆ, ਸਪੀਕਰ ਮਲਟੀਮੀਡੀਆ ਤਾਂ ਆਪਸ਼ਨ B ਬਚੇਗਾ। ਪ੍ਰਿੰਟਰ। What is a key limitation of traditional computers in multimedia processing? Lack of portability, limited storage, low processing speed slow ਹੋ ਜਾਂਦੀ ਹੈਗੀ। obvious ਜੀ ਗੱਲ ਹੈ। ਅਗਰ ਆਪਾਂ ਲਗਾ ਕੇ ਦੇਖੀਏ ਅਗਰ ਆਪਾਂ ਟ੍ਰੈਡੀਸ਼ਨਲ ਕੰਪਿਊਟਰ ਮਤਲਬ ਪੁਰਾਣੇ ਕੰਪਿਊਟਰ ਦੇ ਵਿੱਚ ਕੀ ਕਰਦੇ ਹਾਂ ਮਲਟੀਮੀਡੀਆ ਪ੍ਰੋਸੈਸਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ। Which future computing trend could help Ravi could handle large multimedia files more efficiently? ਤਾਂ ਕਲਾਉਡਿੰਗ ਆਪਾਂ ਨੂੰ ਪਤਾ ਹੈ, ਕਲਾਉਡ ਸਟੋਰੇਜ। ਐਪਲ ਦੇ ਅੰਦਰ ਸਮਾਰਟਫੋਨ ਦੇ ਅੰਦਰ ਕਲਾਉਡ ਸਿਸਟਮ ਹੈਗਾ ਜਿਹਦੇ ਥਰੂ ਆਪਾਂ ਹੀ ਕਰ ਸਕਦੇ ਹੈਗੇ ਆਪਣੀ ਫਾਈਲਸ ਨੂੰ, ਮਲਟੀਮੀਡੀਆ ਫਾਈਲਸ ਨੂੰ ਲਾਰਜਲੀ ਸਟੋਰ ਕਰ ਸਕਦੇ ਹੈਗੇ ਆ। ਨੈਕਸਟ ਮਲਟੀਮੀਡੀਆ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸੌਫਟਵੇਅਰ ਲਾਈਕ ਡੈਸ਼, MS ਵਰਡ ਤਾਂ ਹੈ ਨਹੀਂ, ਤਾਂ ਅਡੋਬ ਹੈਗਾ ਸੱਚ ਆਪਣੇ ਕੋਲ। ਅਡੋਬ ਪ੍ਰੀਮਾਇਰ ਹੋ ਗਿਆ ਜਾਂ ਅਡੋਬ ਰੀਡਰ ਹੋ ਗਿਆ, ਇਹ ਸਾਰੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਤਰ੍ਹਾਂ ਦੇ ਕੀ ਮਲਟੀਮੀਡੀਆ ਸੌਫਟਵੇਅਰਸ ਹੈ। ਵਟ ਇਜ਼ ਦ ਸਕੋਪ ਆਫ ਮਲਟੀਮੀਡੀਆ ਇਨ ਐਜੂਕੇਸ਼ਨ? ਤਾਂ ਇੰਟਰੈਕਟਿਵ ਲਰਨਿੰਗ, ਇਹ ਤਾਂ ਓਬਵੀਅਸ ਹੀ ਗੱਲ ਹੈਗਾ ਹੀ ਹੈਗਾ। ਡੇਟਾ ਐਨਾਲਿਸਿਸ, ਹਾਰਡਵੇਅਰ ਟੈਸਟਿੰਗ ਨਹੀਂ, ਇੰਟਰੈਕਟਿਵ ਲਰਨਿੰਗ ਮਤਲਬ ਲਰਨਿੰਗ ਨੂੰ ਈਜ਼ੀ ਬਣਾ ਦਿੰਦਾ ਹੈਗਾ ਕਿਉਂਕਿ ਤੁਸੀਂ ਉਰੇ ਐਨੀਮੇਸ਼ਨਸ ਦਾ ਇਸਤੇਮਾਲ ਕਰਦੇ ਹੈਗੇ ਸਟੱਡੀ ਕਰਨ ਲਈ। ਜਿਵੇਂ ਕੋਈ ਸਟੋਰੀ ਨੂੰ ਡਿਪਿਕਟ ਕਰਨ ਲਈ ਤੁਹਾਨੂੰ ਕਰੈਕਟਰਸ ਦਾ ਇਸਤੇਮਾਲ ਕੀਤਾ ਹੈਗਾ ਔਰ ਉਹਦੇ ਉੱਪਰ ਤੁਹਾਨੂੰ ਇੱਕ ਸ਼ਾਰਟ ਵੀਡੀਓ ਬਣਾ ਲਿੱਤੀ ਹੈਗੀ ਤਾਂ ਲਰਨਿੰਗ ਇੰਟਰੈਕਟਿਵ ਹੋ ਜਾਂਦੀ ਇਹਦੇ ਨਾਲ। ਨੈਕਸਟ, ਪ੍ਰਿਆ went to launch a blog to share her travel experience. She sets up email account, register a domain name and use a web browser to access her blogs. She learns about the protocols like HTTP and FTP and uses search engines to optimize her content. She faces challenges with slow internet and spam emails. ਤਾਂ ਇਹਦੇ ਪੈਰਾਗ੍ਰਾਫ ਤੋਂ ਆਪਾਂ ਨੇ ਇੰਨੀ ਚੀਜ਼ ਕਲੀਅਰ ਹੈ ਕਿ ਪ੍ਰਿਆ ਇੱਕ ਵਲੌਗਰ ਹੈ ਜਿਹੜਾ ਕਿ ਆਪਣਾ ਟਰੈਵਲ ਐਕਸਪੀਰੀਅੰਸ ਜਿਹੜਾ ਹੈਗਾ ਸ਼ੇਅਰ ਕਰਨਾ ਚਾਹੁੰਦੀ ਹੈਗੀ ਹੈ, ਜਿਹਦੇ ਲਈ ਉਸਨੇ ਆਪਣਾ ਈਮੇਲ ਅਕਾਊਂਟ ਸੈੱਟ ਕਰ ਲਿੱਤਾ ਹੈਗਾ, ਡੋਮੇਨ ਨੇਮ ਸੈੱਟ ਕਰ ਲਿੱਤਾ ਹੈਗਾ ਔਰ ਵੈਬ ਬਰਾਊਜ਼ਰ ਦੀ ਅਸੈਸ ਜਿਹੜੀ ਕਿ ਆਪਣੇ ਬਲੌਗ ਵਾਸਤੇ ਲੈ ਲਿੱਤੀ ਹੈ। ਹੁਣ ਉਹ ਇੰਟਰਨੈਟ ਪ੍ਰੋਟੋਕੋਲਸ ਦੇ ਵਿੱਚ HTTP ਤੇ FTP ਦਾ ਇਸਤੇਮਾਲ ਕਰ ਰਹੀ ਹੈਗੀ ਹੈ, ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਤੇ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦਾ, ਔਰ ਸਰਚ ਇੰਜਨਸ ਦਾ ਇਸਤੇਮਾਲ ਕਰ ਰਹੀ ਹੈਗੀ ਹੈ ਤਾਂ ਕਿ ਆਪਣੇ ਕੰਟੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕੇ। ਪਰ ਉਸਨੂੰ ਸਲੋ ਇੰਟਰਨੈਟ ਤੇ ਸਪੈਮ ਈਮੇਲਸ ਦਾ ਕੀ ਕਰਨਾ ਪੈ ਰਿਹਾ ਹੈਗਾ, ਫੇਸ ਕਰਨਾ ਪੈ ਰਿਹਾ ਪ੍ਰੋਬਲਮ। ਤਾਂ ਉਹਨਾਂ ਦੇ ਕੁਐਸਚਨਸ ਦੇ ਆਪਾਂ ਨੇ ਕੀ ਕਰਨੇ ਹੈਗੇ, ਆਨਸਰਸ ਦੇਣੇ ਹੈਗੇ। ਫਸਟ ਆਫ ਆਲ, which protocol is used to transfer the files? File transferring ਦੇ ਲਈ FTP। ਨੈਕਸਟ, what is the role of search engines? ਅਗਰ ਆਪਾਂ ਲਗਾ ਕੇ ਦੇਖੀਏ, ਇੱਕ ਮਿੰਟ, ਰੋਲ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸਰਚ ਇੰਜਨਸ ਦਾ ਜਿਹੜਾ ਹੈਗਾ ਕਿਸ ਚੀਜ਼ ਵਾਸਤੇ ਹੋਏਗਾ, ਬਲੌਗਿੰਗ ਐਕਟੀਵਿਟੀਜ਼ ਦੇ ਅੰਦਰ। ਹੋਸਟਿੰਗ ਹਰ ਬਲੌਗ, ਸਿਕਿਉਰਿੰਗ ਹਰ ਵੈਬਸਾਈਟ ਜਾਂ ਇੰਪਰੂਵਿੰਗ ਵਿਜ਼ੀਬਿਲਿਟੀ ਜਾਂ ਫਿਰ ਸੈਂਡਿੰਗ ਈਮੇਲਸ। ਤਾਂ ਬੇਸਿਕਲੀ ਸਰਚ ਇੰਜਨਸ ਜਿਹੜੇ ਹੈਗੇ ਇੰਪਰੂਵ ਕਰਨਗੇ ਵਿਜ਼ੀਬਿਲਿਟੀ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈਗਾ ਉਹਦੇ ਵਲੌਗਸ ਪਹੁੰਚਣ, ਤਾਂ ਵਿਜ਼ੀਬਿਲਿਟੀ ਨੂੰ ਕੀ ਕਰੇਗਾ, ਇੰਪਰੂਵ ਕਰੇਗਾ। ਵਿੱਚ ਦਾ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਲਿਮਿਟੇਸ਼ਨ ਹੈਗੀ ਕਮਿਊਨੀਕੇਸ਼ਨ ਦੀ ਈਮੇਲ ਦੇ ਥਰੂ ਅਗਰ ਆਪਾਂ ਗੱਲ ਕਰੀਏ ਤਾਂ ਸਪੈਮ ਐਂਡ ਫਿਸ਼ਿੰਗ ਆਪਾਂ ਨੇ ਪੜ੍ਹਿਆ ਆਲਰੇਡੀ। ਨੈਕਸਟ, URL ਦੀ ਫੁੱਲ ਫਾਰਮ ਆਪਣੇ ਕੋਲ ਪੁੱਛੀ ਹੈਗੀ ਹੈ ਤਾਂ ਯੂਨੀਫਾਰਮ ਰਿਸੋਰਸ ਲੋਕੇਟਰ ਆਪਣੇ ਕੋਲ ਹੈਗੀ ਇਹਦੀ ਫੁੱਲ ਫਾਰਮ। ਪ੍ਰਿਆ ਯੂਜ਼ ਕਰ ਰਹੀ ਹੈਗੀ ਡੈਸ਼ ਅਗਰ ਆਪਾਂ ਲਗਾ ਕੇ ਦੇਖੀਏ ਟੂ ਨੈਵੀਗੇਟ ਬਿਟਵੀਨ ਪੇਜਿਸ ਔਨ ਹਰ ਬਲੌਗ। ਦੇਖੋ ਨੈਵੀਗੇਸ਼ਨ ਕਰਨ ਦੇ ਲਈ ਤਾਂ ਵੈਬ ਬਰਾਊਜ਼ਰ ਦਾ ਹੀ ਇਸਤੇਮਾਲ ਕਰ ਸਕਦੇ ਹਾਂ, ਹੋਰ ਕੋਈ ਚੀਜ਼ ਆਪਣੇ ਕੋਲ ਹੈ ਹੀ ਨਹੀਂ। ਐਂਡ ਵਟ ਇਜ਼ ਅ ਕੀ ਰਿਕੁਆਇਰਮੈਂਟ? ਕੀ ਰਿਕੁਆਇਰਮੈਂਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਟਰਨੈਟ ਐਕਸੈਸ ਕਰਨ ਵਾਸਤੇ ਕੀ ਹੈ ਆਪਣੇ ਕੋਲ, ਇੰਟਰਨੈਟ ਸਰਵਿਸ ਪ੍ਰੋਵਾਈਡਰ। ਠੀਕ ਹੈ ਨਾ, ਇਹ ਆਪਾਂ ਕੰਪੋਨੈਂਟਸ ਪੜ੍ਹੇ ਸੀਗੇ ਇੰਟਰਨੈਟ ਦੇ, ਤਾਂ ਉਹਦੇ ਵਿੱਚ ਆਪਣੇ ਕੋਲ ISP ਹੁੰਦਾ ਹੀ ਸੀਗਾ। ਤਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜਾ ਹੈਗਾ ਕੀ ਰਿਕੁਆਇਰਮੈਂਟ ਹੈਗੀ ਐਕਸੈਸ ਕਰਨ ਦੇ ਲਈ ਇੰਟਰਨੈਟ ਨੂੰ।
ਨੈਕਸਟ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਯੂਨਿਟ 3 ਆਪਣੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਦੇ ਰਿਲੇਟਡ ਦਿੱਤੇ ਹੋਏ ਆ ਆਪਣੇ ਕੋਲ ਕੇਸ ਸਟੱਡੀ। ਇੱਕ ਸਟਾਰਟਅਪ ਐਕਸਪਲੋਰ ਕਰ ਰਿਹਾ ਹੈਗਾ ਨਿਊ ਟੈਕਨੋਲੋਜੀਜ਼ ਨੂੰ, ਤਾਂ ਕਿ ਉਹ ਇੰਪਰੂਵ ਕਰ ਸਕੇ ਆਪਣੇ ਆਪਰੇਸ਼ਨਸ ਨੂੰ। ਮਤਲਬ ਇੱਕ ਨਿਊਲੀ ਸਟਾਰਟਡ ਬਿਜ਼ਨਸ ਹੈਗਾ ਜਿਹੜੀ ਟੈਕਨੋਲੋਜੀ ਦੇ ਉੱਪਰ ਕੀ ਕਰ ਰਿਹਾ ਹੈਗਾ, ਸਰਚ ਆਊਟ ਕਰ ਰਿਹਾ ਤਾਂ ਕਿ ਆਪਣੇ ਆਪਰੇਸ਼ਨਸ ਨੂੰ ਕਰ ਸਕੇ, ਥੋੜ੍ਹਾ ਜਿਹਾ ਇੰਪਰੂਵ ਕਰ ਸਕੇ। ਤਾਂ ਉਹ ਕੰਸੀਡਰ ਕਰ ਰਹੇ ਹੈਗੇ ਕਿ ਏਆਈ ਨੂੰ ਆਪਾਂ ਕਸਟਮਰ ਸਰਵਿਸਿਜ਼ ਲਈ ਯੂਜ਼ ਕਰਾਂਗੇ, ਕਲਾਊਡ ਕੰਪਿਊਟਿੰਗ, ਡਾਟਾ ਸਟੋਰੇਜ ਐਂਡ ਰੋਬੋਟਿਕਸ ਨੂੰ ਆਪਾਂ ਯੂਜ਼ ਕਰਾਂਗੇ ਆਟੋਮੇਸ਼ਨਸ ਲਈ। ਸੋ ਦੇ ਆਰ ਕੰਸਰਨਡ ਅਬਾਊਟ ਦ ਲਿਮਿਟੇਸ਼ਨਸ ਐਂਡ ਐਥੀਕਲ ਐਪਲੀਕੇਸ਼ਨਸ ਆਫ ਦੀਸ ਟੈਕਨੋਲੋਜੀਜ਼। ਤਾਂ ਉਹਨਾਂ ਦੇ ਕੁਐਸਚਨਸ ਦੇ ਆਪਾਂ ਆਨਸਰ ਦੇਣੇ। ਕਿਹੜੀ ਟੈਕਨੋਲੋਜੀ ਇਨੇਬਲ ਕਰ ਰਹੀ ਹੈ ਕਿ ਆਪਾਂ ਰਿਮੋਟ ਅਸੈਸ ਕਰ ਸਕਦੇ ਹਾਂ ਡੇਟਾ ਐਂਡ ਐਪਲੀਕੇਸ਼ਨ ਨੂੰ? ਤਾਂ ਬੇਸਿਕਲੀ ਕਲਾਊਡ ਕੰਪਿਊਟਿੰਗ ਅਗਰ ਆਪਾਂ ਲਗਾ ਕੇ ਦੇਖੀਏ, ਆ ਦੇਖੋ ਡੇਟਾ ਸਟੋਰੇਜ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਲਾਊਡ ਕੰਪਿਊਟਿੰਗ ਦੇ ਥਰੂ ਇਹਨਾਂ ਨੇ ਦੇ ਰੱਖੀ ਹੈ ਆਪਣੇ ਕੋਲ। ਮੇਜਰ ਐਡਵਾਂਟੇਜ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਏਆਈ ਦਾ ਬਿਜ਼ਨਸ ਵਾਸਤੇ ਕੀ ਹੋ ਸਕਦਾ ਹੈਗਾ, ਮੈਨੂਅਲ ਡੇਟਾ ਐਂਟਰੀ ਤਾਂ ਨਹੀਂ ਹੈ, ਪੇਪਰ ਵਰਕ ਵੀ ਨਹੀਂ ਇੰਕਰੀਜ਼ ਕਰੇਗਾ, ਆਟੋਮੇਸ਼ਨ ਵੀ ਨਹੀਂ ਰਿਡਿਊਸ ਕਰੇਗਾ। ਮੇਨ ਕੀ ਹੈ, ਪ੍ਰੈਡਿਕਟਿਵ ਐਨਾਲਿਟਿਕਸ, ਪ੍ਰੈਡਿਕਸ਼ਨਸ ਕਰਨ 'ਚ ਹੈਲਪ ਕਰ ਸਕਦਾ ਹੈਗਾ ਬਿਜ਼ਨਸ ਦੀ। ਵਿਚ ਆਫ ਦ ਫੋਲੋਇੰਗ ਇਜ਼ ਦ ਲਿਮਿਟੇਸ਼ਨ ਆਫ ਆਈਟੀ? ਇਨਫੋਰਮੇਸ਼ਨ ਟੈਕਨੋਲੋਜੀ ਦੀ ਲਿਮਿਟੇਸ਼ਨ ਕੀ ਹੈ? ਸਿਕਿਉਰਿਟੀ ਰਿਸਕ ਦਾ ਸਭ ਤੋਂ ਸੁਪਰੀਮ ਹੈ। ਗ੍ਰੀਨ ਕੰਪਿਊਟਿੰਗ ਦੇ ਵਿੱਚ ਫੋਕਸ ਕਿਹਦੇ ਉੱਪਰ ਕੀਤਾ ਜਾਂਦਾ ਹੈਗਾ ਤਾਂ ਕਿ ਆਪਾਂ ਐਨਰਜੀ ਕੰਜ਼ੰਪਸ਼ਨ ਘਟਾਈਏ, ਠੀਕ ਹੈ ਨਾ। ਤਾਂ ਬੇਸਿਕਲੀ ਉਰੇ ਆਪਸ਼ਨ ਬੀ ਹੈ। ਡੈਸ਼ ਇਜ਼ ਯੂਜ਼ ਟੂ ਸਾਈਮੂਲੇਟ ਹਿਊਮਨ ਇੰਟੈਲੀਜੈਂਸ ਐਂਡ ਮਸ਼ੀਨਸ। ਤਾਂ ਰੋਬੋਟਿਕਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਨਹੀਂ ਹੈ ਇਹਦਾ, ਕਲਾਊਡ ਕੰਪਿਊਟਿੰਗ ਵੀ ਨਹੀਂ ਹੈਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਫੀਚਰ ਜਿਹਦੇ ਥਰੂ ਆਪਾਂ ਹਿਊਮਨ ਇੰਟੈਲੀਜੈਂਸ ਕਿਤੇ ਅੰਦਰ ਇੰਸਰਟ ਕਰ ਰਹੇ ਹਾਂ, ਮਸ਼ੀਨਸ ਆਲਰੇਡੀ 1 ਮਾਰਕਰਸ ਆਪਾਂ ਦੇਖ ਚੁੱਕੇ ਹਾਂ ਪਿੱਛੇ। ਵਟ ਇਜ਼ ਦ ਸਕੋਪ ਆਫ ਆਈਟੀ ਇਨ ਮਾਡਰਨ ਬਿਜ਼ਨਸਿਸ? ਆਟੋਮੇਸ਼ਨ ਤੇ ਐਫੀਸ਼ੀਐਂਸੀ ਇੰਕਰੀਜ਼ ਕਰਨਾ, ਠੀਕ ਹੈ ਨਾ, ਮੈਨੂਅਲ ਲੇਬਰ ਘਟਾਉਣਾ, ਟ੍ਰੈਡੀਸ਼ਨਲ ਫਾਈਲਿੰਗ, ਇਹਦਾ ਸਾਰਾ ਅਗਰ ਆਪਾਂ ਲਗਾ ਕੇ ਦੇਖੀਏ ਅਦਰ ਪਾਰਟ ਹੈ। ਮੀਨ ਅਗਰ ਆਪਾਂ ਗੱਲ ਕਰੀਏ ਤਾਂ ਆਟੋਮੇਸ਼ਨ ਐਂਡ ਐਫੀਸ਼ੀਐਂਸੀ ਦਾ ਆਂਸਰ ਹੈ। ਨੈਕਸਟ ਫਿਰ ਆਪਣੇ ਕੋਲ ਕੀ ਹੈ, ਈ ਗਵਰਨੈਂਸ। ਤਾਂ ਈ ਗਵਰਨੈਂਸ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਹੜਾ ਪਿਲਰ ਈ ਗਵਰਨੈਂਸ ਦਾ ਇੰਸ਼ੋਰ ਕਰਦਾ? ਟਰਾਂਸਪੇਰੈਂਸੀ ਪਬਲਿਕ ਸਰਵਿਸਿਜ਼ ਦੇ ਅੰਦਰ। ਪਬਲਿਕ ਸਰਵਿਸਿਜ਼ ਦੇ ਅੰਦਰ ਟਰਾਂਸਪੇਰੈਂਸੀ ਆਪਾਂ ਨੇ ਇੰਕਰੀਜ਼ ਕਰਨੀ ਹੈ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਪਿਲਰ ਜਿਹੜਾ ਹੈਗਾ ਆਪਾਂ ਨੂੰ ਹੈਲਪ ਕਰਦਾ ਹੈਗਾ ਈ ਗਵਰਨੈਂਸ ਦੇ ਅੰਡਰਸਟੈਂਡ ਕਰਨ ਦੇ ਵਿੱਚ? ਤਾਂ ਇਨਫੋਰਮੇਸ਼ਨ। ਕੀ ਫੀਚਰ ਅਗਰ ਆਪਾਂ ਲਗਾ ਕੇ ਦੇਖੀਏ ਡਿਜੀਟਲ ਲੋਕੇਟਰ ਦਾ ਕੀ ਹੈ, ਲੋਕਰ ਦਾ ਕੀ ਹੈ? ਡਾਕੂਮੈਂਟ ਸਟੋਰੇਜ। ਵਿਚ ਆਫ ਦ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਸਾਈਬਰ ਸਿਕਿਉਰਿਟੀ ਥ੍ਰੈਟ ਆਪਣੇ ਕੋਲ ਹੈਗਾ? ਤਾਂ ਫਿਸ਼ਿੰਗ ਹੋ ਗਿਆ ਆਪਣੇ ਕੋਲ ਸਾਈਬਰ ਸਿਕਿਉਰਿਟੀ ਥ੍ਰੈਟ। ਵਿਚ ਟਾਈਪ ਆਫ ਈ ਗਵਰਨੈਂਸ ਇਨਵੋਲਵਸ ਇੰਟਰੈਕਸ਼ਨ ਬਿਟਵੀਨ ਗਵਰਨਮੈਂਟ ਐਂਡ ਸਿਟੀਜ਼ਨ? ਤਾਂ G2C, ਗਵਰਨਮੈਂਟ ਟੂ ਸਿਟੀਜ਼ਨਸ। ਨੈਕਸਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸਾਈਬਰ ਲਾਅ ਇੰਡੀਆ 'ਚ ਗਵਰਨ ਕੀਤੇ ਜਾਂਦੇ ਹੈਗੇ ਬਾਈ IT ਐਕਟ 2000। ਵਟ ਪ੍ਰੀਕਾਸ਼ਨ ਸ਼ੁੱਡ ਬੀ ਟੇਕਨ ਵਾਈਲ ਯੂਜ਼ਿੰਗ ਦ ਡਿਜੀਟਲ ਲੋਕਰਸ? ਤਾਂ ਸਟਰੋਂਗ ਪਾਸਵਰਡ ਦਾ ਇਸਤੇਮਾਲ ਕਰਨਾ। ਅਗਲੀ ਕੇਸ ਸਟੱਡੀ, ਇੱਕ ਐਂਟਰਪ੍ਰੀਨਿਓਰ ਜਿਹੜਾ ਹੈਗਾ ਲਾਂਚ ਕਰ ਰਹੇਗਾ ਈ ਬਿਜ਼ਨਸ ਇਨ ਇੰਡੀਆ। ਤਾਂ ਇਸ 'ਚ ਐਂਟਰਪ੍ਰੀਨਿਓਰ ਲਾਂਚ ਕਰ ਰਹੇਗਾ ਔਨਲਾਈਨ ਮਾਰਕੀਟ ਪਲੇਸ ਤਾਂ ਕਿ ਉਹ ਹੈਂਡਮੇਡ ਪ੍ਰੋਡਕਟਸ ਜਿਹੜੇ ਹੈਗੇ ਔਨਲਾਈਨ ਵੇਚ ਸਕਣ। ਸੋ ਸ਼ੀ ਯੂਜ਼ਸ B2C ਮਾਡਲ, ਬਿਜ਼ਨਸ ਟੂ ਕੰਜ਼ਿਊਮਰ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ, ਜਿਹਦੇ ਥਰੂ ਇੰਟੀਗ੍ਰੇਟ ਕਰ ਸਕਦੇ ਸਿਕਿਉਰ ਪੇਮੈਂਟ ਗੇਟਵੇਜ਼ ਨੂੰ, ਔਰ ਸਟੱਡੀ ਕਰ ਰਹੀ ਹੋ ਲੀਗਲ ਪ੍ਰੋਵੀਜ਼ਨਸ ਐਂਡ ਮਾਰਕੀਟ ਰੇਟਸ ਇਨ ਇੰਡੀਆ। ਸ਼ੀ ਫੇਸਿਸ ਚੈਲੰਜਸ ਲਾਈਕ ਲੌਜਿਸਟਿਕਸ, ਡਿਜੀਟਲ ਲਿਟਰੇਸੀ ਐਂਡ ਰੈਗੂਲੇਟਰੀ ਕੰਪਲਾਇੰਸਿਸ। ਤਾਂ ਕੁਐਸਚਨ ਆਨਸਰਸ ਆਪਾਂ ਨੇ ਦੱਸਣੇ ਆ। ਕਿਹੜਾ ਮਾਡਲ ਯੂਜ਼ ਕੀਤਾ ਜਾ ਰਿਹਾ ਸੀਗਾ? ਤਾਂ B2C। ਕੀ ਡਿਫਰੈਂਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਦੇਖਣ ਨੂੰ ਮਿਲਦਾ ਆਪਾਂ ਨੂੰ ਈ ਬਿਜ਼ਨਸ ਤੇ ਈ ਕਾਮਰਸ ਦੇ ਅੰਦਰ? ਈ ਬਿਜ਼ਨਸ ਇੰਕਲੂਡ ਕਰ ਰਿਹਾ ਆਫਲਾਈਨ ਆਪਰੇਸ਼ਨਸ ਨੂੰ, ਈ ਕਾਮਰਸ ਐਕਸਕਲੂਡ ਕਰਦਾ ਹੈਗਾ ਪੇਮੈਂਟਸ ਨੂੰ। ਈ ਬਿਜ਼ਨਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਓਨਲੀ ਜਿਹੜੀ ਹੈਗੀ ਸਿਰਫ ਕਿਹਦੇ ਵਾਸਤੇ? ਗਵਰਨਮੈਂਟ ਵਾਸਤੇ, ਜਾਂ ਫਿਰ ਈ ਕਾਮਰਸ ਕਿਤੇ ਨਾ ਕਿਤੇ ਜਿਹੜਾ ਹੈਗਾ ਡਿਜੀਟਲ ਨਹੀਂ ਹੈ? ਦੇਖੋ ਸਿੰਪਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਈ ਕਾਮਰਸ ਦਾ ਮਤਲਬ ਕੀ ਹੁੰਦਾ ਹੈਗਾ? ਔਨਲਾਈਨ ਸੇਲ ਐਂਡ ਪਰਚੇਜ਼ ਆਫ ਗੁਡਸ ਐਂਡ ਸਰਵਿਸਿਜ਼। ਜਦਕਿ ਈ ਬਿਜ਼ਨਸ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੋਰ ਟਰਮਸ ਵੀ ਇੰਕਲੂਡ ਹੁੰਦੀਆਂ, ਜਿਵੇਂ ਮਾਰਕੀਟਿੰਗ ਹੋ ਗਿਆ, ਕਸਟਮਰ ਸਰਵਿਸਿਜ਼ ਹੋ ਗਿਆ। ਤਾਂ ਈ ਬਿਜ਼ਨਸ ਆਪਣੇ ਆਪ 'ਚ ਇੱਕ ਵਾਈਡਰ ਟਰਮ ਤਾਂ ਹੈਗੀ ਹੈ। ਤਾਂ ਉਰੇ ਬੇਸਿਕਲੀ ਆਫਲਾਈਨ ਆਪਰੇਸ਼ਨ ਦਾ ਜਿਹੜਾ ਪੁਆਇੰਟ ਹੈਗਾ ਉਹ ਆਪਣਾ ਥੋੜ੍ਹਾ ਜਿਹਾ ਉਹ ਲੱਗ ਰਿਹਾ ਬੇਕਾਰ ਜਿਹਾ। ਤਾਂ ਮੈਨੂੰ ਤਾਂ ਆਪਸ਼ਨ ਇਹੀ ਲੱਗ ਰਹੀ, ਕਿਉਂਕਿ ਬਾਕੀ ਦੇ ਸਾਰੇ ਅਗਰ ਆਪਾਂ ਲਗਾ ਕੇ ਦੇਖੀਏ ਈ ਬਿਜ਼ਨਸ ਇਜ਼ ਓਨਲੀ ਫॉर ਦ ਗਵਰਨਮੈਂਟ, ਇਹ ਡਿਫਰੈਂਸ ਤਾਂ ਨਹੀਂ ਹੋ ਸਕਦਾ। ਡਿਜੀਟਲ ਵੀ ਹੁੰਦੀ ਹੈਗੀ ਅਗਰ ਆਪਾਂ ਲਗਾ ਕੇ ਦੇਖੀਏ, ਪੇਮੈਂਟਸ ਐਕਸਕਲੂਡ ਨਹੀਂ ਹੁੰਦੀ ਹੈਗੀਆਂ। ਤਾਂ ਬੱਚੇ ਤਾਂ ਮੇਰੇ ਕੋਲ ਆਫਲਾਈਨ ਆਪਰੇਸ਼ਨ ਦਾ ਪਾਰਟ ਹੀ ਇੱਕ ਤਰ੍ਹਾਂ ਦਾ, ਠੀਕ। ਵਿਚ ਲੀਗਲ ਪ੍ਰੋਵੀਜ਼ਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਐਸੈਂਸ਼ੀਅਲ ਹੁੰਦੀ ਹੈਗੀ ਹੈ ਫॉर ऑनलाइन बिजनेस इन इंडिया? कंपनीज एक्ट, IT एक्ट, कंज्यूमर प्रोटेक्शन एक्ट। नॉर्मली ऑनलाइन फ्रॉड्स वगैरह के चांसेस अगर ਆਪਾਂ ਲਗਾ ਕੇ ਦੇਖੀਏ ਤਾਂ ਜ਼ਿਆਦਾ ਹੈ ਕਿ ਤਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਉਹਦੇ ਲੀਗਲ ਪ੍ਰੋਵੀਜ਼ਨਸ ਦੇ ਵਿੱਚ ਸ਼ਾਮਿਲ ਹੁੰਦਾ ਆਨਲਾਈਨ ਬਿਜ਼ਨਸ ਇੰਡੀਆ ਦੇ ਵਿੱਚ ਅਗਰ ਆਪਾਂ ਕਰਨਾ ਚਾਹੁੰਦੇ ਹੈਗੇ ਆ। ਮੇਜਰ ਓਪਰਚੁਨਿਟੀਜ਼ ਕੀ ਹੈ ਇੰਡੀਆ ਈ ਬਿਜ਼ਨਸ ਦੀ ਇੰਡੀਆ ਦੇ ਵਿੱਚ? ਹਾਈ ਲਿਟਰੇਸੀ, ਇਹ ਤਾਂ ਲਿਮਿਟੇਸ਼ਨ ਹੋਏਗੀ ਇੱਕ ਤਰ੍ਹਾਂ ਦੀ। ਗਰੋਇੰਗ ਇੰਟਰਨੈਟ ਯੂਜ਼ਰਸ, ਇਹ ਹੈਗਾ ਕਿ ਅੱਜ ਕੱਲ੍ਹ ਦੇ ਟਾਈਮ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਟਰਨੈਟ ਯੂਜ਼ਰਸ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਕਰਕੇ ਈ ਬਿਜ਼ਨਸ ਦੀ ਓਪਰਚੁਨਿਟੀਜ਼ ਜ਼ਿਆਦਾ ਹੈਗੀਆਂ ਇੰਡੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ। ਡੈਸ਼ ਇਜ਼ ਅ ਸਿਕਿਉਰ ਪੇਮੈਂਟ ਮੈਥਡ ਯੂਜ਼ਡ ਇਨ ਈ ਬਿਜ਼ਨਸ? ਕੈਸ਼ ਔਨ ਡਿਲੀਵਰੀ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ। ਨੈਟ ਬੈਂਕਿੰਗ, ਚੈਕਸ, ਪੋਸਟਲ ਆਰਡਰਸ, ਚੈਕਸ, ਇਹ ਸਾਰੇ ਆਫਲਾਈਨ ਪੇਮੈਂਟਸ हैं। तो ऑनलाइन पेमेंट सिक्योर सिस्टम की नेट बैंकिंग है। एंड व्हाट इज़ अ की एलिमेंट ऑफ ई बिजनेस?
ਟ੍ਰਾਂਜੈਕਸ਼ਨ ਡਿਜੀਟਲ ਪਲੇਟਫਾਰਮ ਦੇ ਵਿੱਚ ਕੀਤੀਆਂ ਜਾਂਦਾ, ਡਿਜੀਟਲ ਟ੍ਰਾਂਜੈਕਸ਼ਨਸ। ਨੈਕਸਟ, ਇੱਕ ਟੈਕ ਸੇਵੀ ਯੂਜ਼ਰ ਹੈ ਜਿਹੜਾ ਕਿ ਬਿਗਿਨ ਕਰ ਰਿਹਾ ਡਿਜੀਟਲ ਕਰੰਸੀ ਨੂੰ ਆਨਲਾਈਨ ਪਰਚੇਜ਼ ਦੇ ਲਈ, ਮਤਲਬ ਕਿ ਯੂਜ਼ਰ ਹੈਗਾ ਜਿਹੜਾ ਕਿ ਬੇਸਿਕਲੀ ਹੁਣ ਡਿਜੀਟਲ ਕਰੰਸੀ ਦਾ ਇਸਤੇਮਾਲ ਕਰੇਗਾ ਆਨਲਾਈਨ ਪੇਮੈਂਟਸ ਦੇ ਲਈ। ਐਕਸਪਲੋਰ ਕਰ ਰਿਹਾ ਟਾਈਪਸ ਲਾਈਕ ਕ੍ਰਿਪਟੋ ਕਰੰਸੀ ਐਂਡ ਸੈਂਟਰਲ ਬੈਂਕ ਡਿਜੀਟਲ ਕਰੰਸੀਜ਼, ਐਪਰੀਸ਼ੀਏਟ ਕਰ ਰਿਹਾ ਸਪੀਡਸ ਨੂੰ, ਕਨਵੀਨੀਅੰਸ ਨੂੰ, ਬਟ ਵਰੀਜ਼ ਅਬਾਊਟ ਦ ਵੋਲੈਟਿਲਿਟੀ ਐਂਡ ਸਿਕਿਉਰਿਟੀ, ਮਤਲਬ ਫਿਕਸ ਵੈਲਿਊ ਕਦੀ ਵੀ ਸਟੇਬਲ ਨਹੀਂ ਹੁੰਦੀ, ਚੇਂਜ ਹੁੰਦੀ ਰਹਿੰਦੀ, ਫਲਕਚੁਏਟ ਕਰਦੀ ਰਹਿੰਦੀ ਹੈਗੀ ਹੈ। ਕੰਪੇਅਰ ਕਰ ਰਿਹਾ ਡਿਜੀਟਲ ਵਾਲੇਟਸ ਨੂੰ, ਲਰਨ ਅਬਾਊਟ ਦ ਟ੍ਰਾਂਜੈਕਸ਼ਨ ਲਿਮਿਟਸ। ਹੁਣ ਪਹਿਲਾਂ ਵਿਚ ਟਾਈਪ ਆਫ ਡਿਜੀਟਲ ਕਰੰਸੀ ਡੀਸੈਂਟਰਲਾਈਜ਼ਡ ਐਂਡ ਯੂਜ਼ਸ ਬਲੌਕਚੇਨ, ਤਾਂ ਕ੍ਰਿਪਟੋ ਕਰੰਸੀ ਹੈਗੀ ਹੈ ਜੀ। ਡੀਸੈਂਟਰਲਾਈਜ਼ਡ ਸਭ ਤੋਂ ਬੜੀ ਅਗਰ ਕੋਈ ਕਰੰਸੀ ਡਿਜੀਟਲ ਪਲੇਟਫਾਰਮ ਦੇ ਉੱਪਰ ਅਵੇਲੇਬਲ ਹੈਗੀ ਤਾਂ ਉਹ ਕੀ ਹੈ ਕ੍ਰਿਪਟੋ ਕਰੰਸੀ। ਇਟ ਮੀਨਸ ਉਹਦੇ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈਗਾ ਔਰ ਉਹਦੇ ਬਲੌਕਚੇਨ ਸਿਸਟਮ ਯੂਜ਼ ਕੀਤਾ ਜਾਂਦਾ ਹੈਗਾ। ਬਲੌਕਚੇਨ ਮੈंने ਆਲਰੇਡੀ ਸਮਝਾ ਰੱਖਿਆ ਤੁਹਾਨੂੰ, ਤੁਸੀਂ ਰਿਵੀਜ਼ਨ ਵੀਡੀਓਜ਼ ਦੇ ਥਰੂ ਦੇਖ ਸਕਦੇ ਹੋ। ਮੇਜਰ ਲਿਮਿਟੇਸ਼ਨਸ ਕੀ ਹੈ ਡਿਜੀਟਲ ਕਰੰਸੀ ਦੀਆਂ? ਵੋਲੈਟਿਲਿਟੀ ਹੈ, ਵੈਲਿਊ ਫਿਕਸ ਨਹੀਂ ਰਹਿੰਦੀ, ਸਟੇਬਲ ਨਹੀਂ ਹੈਗੀ, ਚੇਂਜ ਹੁੰਦੀ ਰਹਿੰਦੀ ਹੈਗੀ ਹੈ। ਵਿੱਚ ਦਾ ਫੋਲੋਇੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਡਿਜੀਟਲ ਪੇਮੈਂਟ ਸਿਸਟਮ ਨਹੀਂ ਹੈ, ਤਾਂ UPI ਵੀ ਹੈਗਾ, ਨੈਫਟ ਵੀ ਹੈਗਾ, ਚੈੱਕ ਹੋ ਗਿਆ ਇੱਕ ਤਰ੍ਹਾਂ ਦਾ ਨਹੀਂ ਹੈ, ਧਿਆਨ ਰੱਖਣਾ। ਵਿਚ ਕਰੈਕਟਰਿਸਟਿਕਸ ਮੇਕ डिजिटल करेंसी सूटेबल फॉर द ऑनलाइन ट्रांजेक्शनस? फास्टर स्पीड होगी एक तरह की, फास्टर प्रोसैसिंग होगी। डैश अगर आप लगा के देखिए तो गवर्नमेंट बैक करंसी होंगी है, तो उस अपनी सेंट्रल बैंक डिजिटल करंसी होगी, सेंट्रल बैंक डिजिटल करंसी, ठीक है ना, जिन्होंने आप सेंट्रलाइज्ड करंसी भी बोल सकते हैं, CBDC शॉर्टली। लास्ट अगर आप लगा के देखिए तो हूँ लास्ट ही मेरे ख्याल डिजिटल करंसी एंड पेमेंट्स के ऊपर। मीरा अगर आप लगा के देखिए तो एक टेक सेवी स्टूडेंट है, प्रेफर कर रही है पेइंग ट्यूशन फी थ्रू द हेल्प ऑफ डिजिटल वॉलेट्स इंस्टेड ऑफ कैश। शी एक्सपेरिमेंट्स विद क्रिप्टो करेंसीज लाइक बिटकॉइंस एंड गवर्नमेंट बैक डिजिटल करेंसीज वाइल शी इंजॉयज द स्पीड एंड कन्वीनियंस। ਉਹਦੇ ਪੇਰੈਂਟਸ ਜਿਹੜੇ ਹੈਗੇ ਡਰ ਰਹੇ ਹੈਗੇ ਇਸ ਵਾਸਤੇ ਰਿਸਕ ਵਗੈਰਾ ਨਾ ਹੋ ਜਾਣ ਉਹਦੇ ਨਾਲ। ਕਾਲਜ ਐਕਸੈਪਟ ਕਰ ਰਹੇ UPI ਪੇਮੈਂਟਸ, ਡੈਬਿਟ ਕਾਰਡ ਐਂਡ ਕ੍ਰੈਡਿਟ ਕਾਰਡਸ, ਬਟ ਨਾਟ ਕ੍ਰਿਪਟੋਸ, ਕਿਉਂਕਿ ਇਹ बेसिकली ब्लॉकचेन सिस्टम के थ्रू ऑपरेट होती है और डिसेंट्रलाइज्ड है। मीरा डिबेट कर रही है वेदर डिजिटल करेंसी विल बी रिप्लेस्ड थ्रू ट्रेडिशनल मनी एंड हाउ सिक्योर पेमेंट गेटवेज कैन रिड्यूस फ्रॉड। द केस हाईलाइट्स एडवांटेजेस, लिमिटेशंस एंड टाइप्स ऑफ डिजिटल पेमेंट्स इन इंडिया एंड इंडिया इज ग्रोइंग कैशलेस इकोनॉमी। तो फॉलोइंग द आंसर द फॉलोइंग ऑप्शंस। सब तो पहला विच ऑफ द फॉलोइंग इज एन एग्जांपल ऑफ डिजिटल करेंसी? बिटकॉइन डिजिटल करंसी की वन ऑफ द मेजर एग्जांपल अगर आप लगा देखिए तो हैगी है। पेमेंट मैथड जो कि एक्सैप्ट कर रहे कि कॉलेज वाले क्रिप्टो का एक्सैप्ट कर नहीं रहे, वो UPI एक्सैप्ट कर रहे, ठीक है ना, डेबिट कार्ड्स क्रेडिट कार्ड्स वगैरह। मेन एडवांटेज अगर आप लगा के देखिए तो डिजिटल पेमेंट्स का की है अपने को स्पीड होंगी है, डिले कर रहेगा पेमेंट्स नू, तो स्पीड हैगी है। लिमिटेशन की क्रिप्टो करंसी की वोलेटिलिटी। मीरा के पेरेंट्स जी किस चीज़ वास्ते डर रहे हैं? फ्रॉड रिस्क। एंड वट डज अ सिक्योर्ड पेमेंट गेटवे हैल्प टू रिड्यूस फ्रॉड्स, पेपर बिल्स, मैनुअल वर्क या कैश फ्लो। तो फ्रॉड्स में रिड्यूस करने अपनी हैल्प करेगा। तो इस तरीके थोड़ी केस स्टडी जी कंप्लीट हैगी चंगी तरीके 1 मार्कर से जी केस स्टडीज हैगी अच्छे तरीके देख लो अपने। 32 नंबर जो थोड़े इसी पे हैं, तो चंगी तरीके जी सबने रिवीजन कर लेनी है। रेस्ट 2 मार्कर 4 मार्कर 6 मार्कर के जो क्वेश्चन है इंपॉर्टेंट वाले उन्होंने जी मैं वीडियो हैगी शाम तक कोशिश करांगा भी कंप्लीट आउट करके अपलोड कर देवां। ठीक है, मिलते हैं फिर नेक्स्ट वीडियो।